लोटस टीवी देख रहे प्यारे दर्शकों, डीएम ग्लोबल स्काई 799 ते आप सारिਆਂ ਦਾ ਸਵਾਗਤ है। ਅੱਜ ਅਸੀਂ ਆਪਣੇ ਤੀਸਰੇ ਹਫਤੇ ਦਾ ਪ੍ਰੋਗਰਾਮ ਲੈ ਕੇ ਆ ਰਹੇ ਹਾਂ। ਅੱਜ ਵੈਂਸਡੇ 6 ਮਾਰਚ 2016 ਨੂੰ ਇੱਕ ਵਾਰੀ ਫੇਰ ਸਾਰੇ ਆਪਣੇ ਵੈਲ ਵਿਸ਼ਰਸ ਵਿਊਅਰਸ ਲੋਟਸ ਟੀਵੀ ਦੇ ਦੇਖਣ ਵਾਲਿਆਂ ਦਾ ਬਹੁਤ ਬਹੁਤ ਸਵਾਗਤ ਹੈ। ਪਿਛਲੇ ਸੰਡੇ ਆਪਨੇ 3 ਮਾਰਚ ਨੂੰ ਵੀ ਸਾਡਾ ਪ੍ਰੋਗਰਾਮ ਦੇਖਿਆ, ਜਿਸ ਦੇ ਵਿੱਚ ਸਾਡੇ ਮੈਂਬਰ ਫਾਊਂਡਰ ਮੈਂਬਰ ਦੇਵ ਸੁਮਨ ਜੀ ਹਾਜ਼ਰ ਹੋਏ ਸਨ। ਅੱਜ ਵੀ ਉਹ ਸਾਡੇ ਨਾਲ ਇਸ ਪ੍ਰੋਗਰਾਮ ਵਿੱਚ ਹਾਜ਼ਰ ਹੋਣ ਲਈ ਆ ਰਹੇ ਨੇ, ਸਾਡੇ ਨਾਲ ਨੇ। ਤੋ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਸਾਰਿਆਂ ਤੋਂ ਪਹਿਲਾਂ ਮੈਂ ਜੋ ਸਾਡੇ ਲੋਟਸ ਟੀਵੀ ਦੇ ਦਰਸ਼ਕ ਹੈਗੇ ਆ, ਅਪ੍ਰੈਲ ਮਹੀਨੇ ਦੀਆਂ ਮੈਂ ਬਹੁਤ ਮੁਬਾਰਕਾਂ ਦੇਣਾ ਚਾਹੁੰਦਾ। ਅਪ੍ਰੈਲ ਇਸ ਕਰਕੇ ਕਿਉਂਕਿ ਸਾਡੇ ਲਈ ਜਿਸ ਤਰ੍ਹਾਂ ਦਸੰਬਰ ਮਹੀਨਾ ਆਉਂਦਾ, ਕ੍ਰਿਸਮਸ ਦੀ ਸਾਰਿਆਂ ਨੂੰ ਵੇਟ ਹੁੰਦੀ ਆ। ਦਸੰਬਰ ਸਾਰਾ ਕ੍ਰਿਸਮਸ ਚੱਲਦੀ ਹੈਗੀ ਆ। ਜਦੋਂ ਦਸੰਬਰ ਆ ਜਾਂਦਾ ਤਾਂ ਕ੍ਰਿਸਮਸ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ। ਇਸੇ ਤਰ੍ਹਾਂ ਇੱਦਾਂ ਹੀ ਇੰਪੋਰਟੈਂਟ ਸਾਡਾ ਇਹ ਅਪ੍ਰੈਲ ਦਾ ਮਹੀਨਾ ਹੈਗਾ। ਬਾਬਾ ਸਾਹਿਬ ਦਾ ਜਨਮ ਦਿਨ 14 ਅਪ੍ਰੈਲ ਨੂੰ ਆ ਰਿਹਾ ਹੈਗਾ, ਪਰ 1 ਅਪ੍ਰੈਲ ਤੋਂ ਹੀ ਪਹਿਲੇ ਚੜ੍ਹਦੇ ਅਪ੍ਰੈਲ ਨੂੰ ਹੀ ਸਾਡੀ ਜਿਹੜੀਆਂ ਤਿਆਰੀਆਂ, ਸਾਡੀਆਂ ਖੁਸ਼ੀਆਂ, ਜੋ ਸਾਡੇ ਜਜ਼ਬਾਤ ਹੈਗੇ ਆ, ਇਹਨੂੰ ਕਿਸ ਤਰ੍ਹਾਂ ਮਨਾਉਣਾ, ਕਿਹੜੇ ਸੈਂਟਰ 'ਤੇ ਕਿਹੜੇ ਕੰਟਰੀਜ਼ ਕਿੱਥੇ ਪ੍ਰੋਗਰਾਮ ਹੋ ਗਏ ਆ, ਸਾਰਾ ਸਾਡਾ ਪਲਾਨਿੰਗ ਅਪ੍ਰੈਲ ਤੋਂ ਸ਼ੁਰੂ ਹੋ ਜਾਂਦੀ ਹੈਗੀ ਆ। ਤੋ ਅਪ੍ਰੈਲ ਮਹੀਨੇ ਦੀਆਂ ਬਹੁਤ ਸਾਰਿਆਂ ਨੂੰ ਮੁਬਾਰਕਾਂ, ਖਾਸ ਕਰਕੇ ਕਿਉਂਕਿ ਬਾਬਾ ਸਾਹਿਬ ਦਾ ਜਨਮ 14 ਅਪ੍ਰੈਲ ਨੂੰ ਆ ਰਿਹਾ ਹੈਗਾ। ਸਾਡਾ ਲੋਟਸ ਟੀਵੀ ਦਾ ਜੋ ਤੁਸੀਂ 3 ਵੀਕ ਤੋਂ ਸਾਡੇ ਦਰਸ਼ਕ ਦੇਖ ਰਹੇ ਹੈਗੇ ਆ, ਅਸੀਂ ਆਪਣੇ ਦਰਸ਼ਕਾਂ ਨੂੰ, ਸਪੋਰਟਰਸ ਨੂੰ, ਮੈਂਬਰਸ ਨੂੰ ਇੱਕ ਵਾਰੀ ਫੇਰ ਅਸੀਂ ਦੱਸਣਾ ਚਾਹੁੰਦੇ ਹੈਗੇ ਆ ਕਿ ਲੋਟਸ ਟੀਵੀ ਇਟਸ ਨਾਟ ਅ ਸਿੰਪਲੀ ਟੀਵੀ ਚੈਨਲ, ਇਟਸ ਅ ਕਾਈਂਡ ਆਫ ਰੈਵੋਲੂਸ਼ਨ ਇਨ ਦਾ ਮਿਸ਼ਨ ਆਫ ਬਾਬਾ ਸਾਹਿਬ ਡਾਕਟਰ ਅੰਬੇਡਕਰ। ਬਾਬਾ ਸਾਹਿਬ ਦੇ ਇਤਿਹਾਸ ਦੇ ਵਿੱਚ 1956 ਜਦੋਂ ਬਾਬਾ ਸਾਹਿਬ ਦਾ ਪਰਿਨਿਰਵਾਣ ਤੋਂ ਬਾਅਦ ਸਾਡੇ ਤੋਂ ਵਿਛੜ ਗਏ ਹੈਗੇ ਆ, ਉਸ ਤੋਂ ਬਾਅਦ ਬਾਬਾ ਸਾਹਿਬ ਦਾ ਜੋ ਮਿਸ਼ਨ ਹੈਗਾ ਆ, ਭਗਵਾਨ ਬੁੱਧ ਦਾ ਜੋ ਦਮ ਹੈਗਾ, ਉਹਨੂੰ ਅਸੀਂ ਆਪਣੇ ਲੈਵਲ 'ਤੇ ਫੇਸ ਟੂ ਫੇਸ, ਮੈਨ ਟੂ ਮੈਨ, ਬੁੱਕਸ ਰਾਹੀਂ, ਕਿਤਾਬਾਂ ਰਾਹੀਂ, ਲਿਟਰੇਚਰ ਰਾਹੀਂ, ਨਿਊਜ਼ਪੇਪਰ ਰਾਹੀਂ, ਉਸ ਤੋਂ ਗਾਂਹ ਅੱਗੇ ਥੋੜ੍ਹਾ ਚੱਲਦੀਆਂ ਰੇਡੀਓ ਦੇ ਮਾਧਿਅਮ ਤੋਂ ਇੱਥੇ ਵੀ ਇੰਡੀਆ ਵੀ ਅਸੀਂ ਚੱਲ ਰਹੇ ਹੈਗੇ ਆ। ਪਰ ਅੱਜ ਜਿਹੜਾ ਟਾਈਮ ਹੈਗਾ, ਜੋ ਜ਼ਮਾਨਾ ਹੈਗਾ, ਉਹ ਟੀਵੀ ਦਾ, ਸੋਸ਼ਲ ਮੀਡੀਆ ਦਾ ਜ਼ਮਾਨਾ ਹੈਗਾ। ਇਸ ਕਰਕੇ ਅੱਜ ਦੇ ਮੌਕੇ 'ਤੇ ਜੋ ਬਾਬਾ ਸਾਹਿਬ ਦੇ ਮਿਸ਼ਨ ਨੂੰ, ਉਹਨਾਂ ਦੇ ਧੰਮ ਨੂੰ, ਉਹਨਾਂ ਦੇ ਪ੍ਰਚਾਰ ਨੂੰ, ਜੋ ਮੈਸੇਜ ਨੂੰ ਡੋਰ ਟੂ ਡੋਰ, ਘਰ ਪਹੁੰਚਾਉਣ ਲਈ ਟੀਵੀ ਚੈਨਲ ਦਾ ਹੋਣਾ ਬਹੁਤ ਜ਼ਰੂਰੀ ਸੀਗਾ, ਜਿਸ ਦੀ ਸ਼ੁਰੂਆਤ ਅਸੀਂ ਪਿਛਲੇ 20 ਮਾਰਚ ਤੋਂ ਕਰ ਚੁੱਕੇ ਹੈਗੇ ਆ। ਤਾਂ ਉਸ ਲਈ ਇੱਕ ਤਰ੍ਹਾਂ ਦਾ ਬਾਬਾ ਸਾਹਿਬ ਦੇ ਮਿਸ਼ਨ ਦੇ ਵਿੱਚ ਲੋਟਸ ਟੀਵੀ ਇੱਕ ਇਕੱਲਾ ਟੀਵੀ ਚੈਨਲ ਨਹੀਂ, ਮੈਂ ਕਹੂੰਗਾ ਇੱਕ ਨਵੀਂ ਕ੍ਰਾਂਤੀ ਦੀ ਸ਼ੁਰੂਆਤ ਹੋ ਰਹੀ ਹੈਗੀ ਆ, ਜਿਹੜੀ ਕਿ ਆਪਾਂ ਇਸ 20 ਮਾਰਚ ਨੂੰ ਮਹਾਰ ਡੇ 'ਤੇ ਸ਼ੁਰੂ ਕੀਤੀ ਹੈਗੀ ਆ। ਇਸ ਮਹਾਨ ਕ੍ਰਾਂਤੀ ਦੇ ਵਿੱਚ ਜੋ ਸਾਡੇ ਫਾਊਂਡਰ ਮੈਂਬਰ ਹੈਗੇ ਆ, ਉਹਨਾਂ ਨੂੰ ਵੀ ਅੱਜ ਤੁਹਾਡੇ ਨਾਲ ਰੂਬਰੂ ਕਰਾਵਾਂਗੇ, ਜਿਹੜੇ ਕਿ ਪਿਛਲੇ ਸੰਡੇ ਵੀ ਝੱਲੀ ਸਾਹਿਬ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਸੀਗੇ। तो मैं वेलकम करूँगा, स्वागत करूँगा देव सुमन जी, आप जी का लोटस टीवी ते बहुत स्वागत है। थैंक यू वीर साहब। यूके ਤੇ ਯੂਰਪ ਦੇ ਵਿੱਚ ਸਾਰੇ ਦਰਸ਼ਕਾਂ ਨੂੰ, ਉਹ ਦੇਸ਼ ਵਿਦੇਸ਼ ਦੇ ਵਿੱਚ ਜਿੱਥੇ ਵੀ ਗਲੋਬਲ ਡੀਐਮ ਗਲੋਬਲ ਦੇਖ ਰਹੇ ਦਰਸ਼ਕ ਆ, ਉਹਨਾਂ ਨੂੰ ਨਮੋ ਬੁੱਧਾ, ਜੈ ਭੀਮ, ਜੈ ਭਾਰਤ। थैंक यू सुमन जी। ਸਾਡੇ ਦੂਸਰੇ ਪੈਨਲਿਸਟ ਮਿਸਿਸ ਰੇਖਾ ਪਾਲ ਜੀ, ਮੈਂ ਆਪ ਜੀ ਦਾ ਵੀ ਇਸ ਵੀਕ ਫੇਰ ਦੁਆਰਾ ਆਪ ਜੀ ਦਾ ਬਹੁਤ ਸਵਾਗਤ ਕਰ ਰਿਹਾ। ਤੁਸੀਂ ਆਪਣੇ ਵਿਊਅਰਸ ਨੂੰ ਕੀ ਵਿਸ਼ ਕਰਨਾ ਚਾਹੋਗੇ? ਨਮੋ ਬੁੱਧਾ, ਜੈ ਭੀਮ। ਸਾਡੇ ਸਾਰੇ ਹੀ ਦਰਸ਼ਕ ਜਿੱਥੇ ਵੀ ਸਾਨੂੰ ਦੇਖ ਰਹੇ ਹਨ, ਸਭ ਦਾ ਅਸੀਂ ਸਵਾਗਤ ਕਰਦੇ ਹਾਂ ਆਪਣੇ ਲੋਟਸ ਟੀਵੀ ਤੇ ਆਪ ਨੂੰ ਸਭ ਨੂੰ ਨਮੋ ਬੁੱਧਾ, ਜੈ ਭੀਮ, ਜੈ ਭਾਰਤ। थैंक यू रेखा जी और देव सुमन जी। प्यारे साथियों, प्यारे दर्शकों, लोटस टीवी देख रहे सारे सारे उपासक लोग, अज साडे विच इस वीक देव सुमन जी जो साडे फाउंडर मैंबर हैगे आ, वो शामिल हो रहे हैं। संडे के प्रोग्राम च भी वो आए सके। तो देव सुमन जी, मैं आप ज़्यादा बहुत स्वागत करता हाँ। देव सुमन जी बारे मैं कुछ 1-2 गल्लां साझियां करना चाहुंदा है। यूके दे विच जो भगवान बुद्ध दे, बाबा साहब दे पैरोकार हैगे आ, उन्हां विचों बहुत ही शरधावान महाउपासक असीं कह सकते हैं देव सुमन जी। साडे महाउपासक, महादानी उन्होंने कहा जा सकता भगवान बुद्ध के दम दे विच, और बाबा साहब के मिशन से बहुत सुमन साहब
ਆਪ ਦਾ ਪ੍ਰੋਗਰਾਮ ਯੋਗਦਾਨ ਹੈ, ਹਰੇਕ ਪ੍ਰੋਗਰਾਮ ਦੇ ਵਿੱਚ ਆਪ ਦਾ ਕੰਟਰੀਬਿਊਸ਼ਨ ਹੈ। ਖਾਸ ਕਰਕੇ ਫਾਈਨੈਂਸ਼ਲੀ ਆਪ ਜੀ ਜੋ ਸੇਵਾ ਕਰ ਰਹੇ ਹੋਗਾ ਉਸ ਦੀ ਕੋਈ ਰੀਸ ਹੀ ਨਹੀਂ, ਕੋਈ ਉਸ ਦਾ ਸਾਨੀ ਨਹੀਂ ਹੋ ਸਕਦਾ ਹੈਗਾ। ਬਹੁਤ ਆਪ ਮਾਲੀ ਮਦਦ, ਚਾਹੇ ਉਹ ਬੁੱਧ ਵਿਹਾਰ ਹੋਵੇ, ਕੋਈ ਕਮਿਊਨਿਟੀ ਸੈਂਟਰ ਹੋਵੇ, ਚਾਹੇ ਉਹ ਇੱਥੇ ਇੰਡੀਆ 'ਚ ਹੋਵੇ, ਚਾਹੇ ਇੱਥੇ ਯੂਰਪ 'ਚ ਹੋਵੇ ਜਾਂ ਇੰਗਲੈਂਡ ਦੇ ਵਿੱਚ ਤਾਂ ਹੈ ਹੀ ਹੈ। ਤੋ ਬਹੁਤ ਬਹੁਤ ਆਪਨੇ ਐਜੂਕੇਸ਼ਨ ਦੇ ਵਿੱਚ ਵੀ ਬਹੁਤ ਆਪ ਜੀ ਦਾ ਯੋਗਦਾਨ ਹੈਗੇ ਆ। ਕਰਨਾਟਕਾ ਸਕੂਲ ਦੇ ਵਿੱਚ, ਬਲਾਕੀਪੁਰ ਸਕੂਲ ਦੇ ਵਿੱਚ। ਸੋ ਬਹੁਤ ਸਾਰੇ ਕਿੰਨੀਆਂ 20-25 ਸਾਲ ਤੋਂ ਆਪ ਧੰਮ ਦੀ ਸੇਵਾ ਕਰ ਰਹੇ ਹੈਗੇ ਆ। ਪਿਆਰੇ ਦਰਸ਼ਕੋ, ਲੋਟਸ ਟੀਵੀ ਦੇਖਣ ਵਾਲੇ ਉਪਾਸਕੋ, ਮੈਂ ਇੱਕ ਵਾਰੀ ਉਹ ਤੈਨੂੰ ਹੋਰ ਫਿਰ ਜਾਣਕਾਰੀ ਚਾਹੁੰਦਾ ਹਾਂ ਕਿ ਬੁੱਧਿਸਟ ਇੰਟਰਨੈਸ਼ਨਲ ਮੀਡੀਆ ਜਿਹੜਾ ਕਿ ਲੋਟਸ ਟੀਵੀ ਨੂੰ ਚਲਾ ਰਿਹਾ ਹੈ, ਇਸ ਦੇ ਵਿੱਚ ਵੀ ਦੇਵਲਾਲ ਸੁਮਨ ਜੀ ਦੀ, ਉਹਨਾਂ ਦੇ ਮਿਸਿਸ ਦੀ, ਬਖਸ਼ੋ ਸੁਮਨ ਜੀ ਦੀ, ਔਰ ਉਹਨਾਂ ਦੇ ਬੱਚਿਆਂ ਦੀ ਬਹੁਤ ਬਹੁਤ ਯੋਗਦਾਨ ਆ ਗਿਆ। ਅਗਰ ਦੇਵ ਸੁਮਨ ਜੀ ਲੋਟਸ ਟੀਵੀ ਲਈ ਆਪਣੀ ਮਾਲੀ ਮਦਦ ਨਾ ਕਰਦੇ ਤਾਂ ਕਦੀ ਵੀ ਇਹ ਚੈਨਲ ਸ਼ੁਰੂ ਨਹੀਂ ਹੋ ਸਕਦਾ ਸੀਗਾ। ਤਾਂ ਦੇਵ ਸੁਮਨ ਜੀ, ਆਪ ਦਾ ਬਹੁਤ ਬਹੁਤ ਧੰਨਵਾਦ ਆ, ਬਹੁਤ ਬਹੁਤ ਸਵਾਗਤ ਹੈ। ਤਾਂ ਅਸੀਂ ਵੈਲਕਮ ਕਰਦੇ ਹਾਂ ਆਪ ਜੀ ਦੇ ਇਸ ਲੋਟਸ ਟੀਵੀ ਤੇ। ਤੁਹਾਡੀ ਐਬਸੈਂਸ ਦੇ ਵਿੱਚ ਅਸੀਂ ਸ਼ੁਰੂ ਤਾਂ ਕਰ ਲਿਆ, ਪਰ 2 ਵੀਕਾਂ ਅਸੀਂ ਪ੍ਰੋਗਰਾਮ ਕੀਤਾ, ਤੁਹਾਨੂੰ ਬਹੁਤ ਮਿਸ ਕਰ ਰਿਹਾ ਸੀ। ਪਰ ਕਿਉਂਕਿ ਤੁਸੀਂ ਵੀ ਇਸੇ ਮਿਸ਼ਨ ਦੇ ਪ੍ਰਤੀ ਇੰਡੀਆ ਗਏ ਸੀ, ਆਪਣਾ ਕੋਈ ਹੌਲੀਡੇ ਕਰਨ ਨਹੀਂ ਗਏ ਸੀਗੇ, ਤਾਂ ਇਸੇ ਬੁੱਧਿਸਟ ਇੰਟਰਨੈਸ਼ਨਲ ਮੀਡੀਆ ਦੇ ਇੱਕ ਟ੍ਰਿਪ 'ਤੇ ਹੀ ਜਾ ਗਏ ਸੀ, ਕਿਉਂਕਿ ਉੱਥੇ ਵੀ ਅਸ਼ੋਕਾ ਚੈਨਲ ਸ਼ੁਰੂ ਹੋਇਆ 20 ਮਾਰਚ ਨੂੰ। ਤਾਂ ਮੈਂ ਆਪਣੇ ਬੇਨਤੀ ਕਰੂੰਗਾ ਸੁਮਨ ਜੀ ਵੀ ਜੋ ਤੁਸੀਂ ਉਸ ਦਿਨ ਅਸ਼ੋਕਾ ਚੈਨਲ ਲਾਂਚ ਹੋਇਆ ਹੈਗਾ ਮਹਾੜ ਦੇ ਵਿੱਚ, ਜਾਂ ਹੋਰ ਵੀ ਆਵਾਜ਼ ਚੈਨਲ ਉੱਥੇ ਚੱਲ ਰਿਹਾ ਹੈਗਾ ਆ, ਬੁੱਧਾ ਚੈਨਲ ਚੱਲ ਰਿਹਾ, ਉਹਨਾਂ ਦੀ ਮੈਨੇਜਮੈਂਟ ਨਾਲ ਤੁਹਾਡੀ ਕੀ ਇੰਟਰੈਕਸ਼ਨ ਹੋਈ ਆ? ਤੁਸੀਂ ਉਹਨਾਂ ਨੂੰ ਇੱਥੇ ਬਾਰੇ ਆਪਣੀ ਕੀ ਜਾਣਕਾਰੀ ਦਿੱਤੀ ਹੈਗੀ ਆ? ਤਾਂ ਉਹਨਾਂ ਤੋਂ ਤੁਸੀਂ ਕਿਹੜੀ ਗੱਲਬਾਤ ਹੋਈ ਆ? ਜਾਂ ਇਹ ਜਿਹੜੇ ਚੈਨਲ ਇੰਡੀਆ ਦੇ ਵਿੱਚ ਹੁਣ ਹੌਲੀ ਹੌਲੀ, ਸਾਡਾ ਇਲੈਕਟ੍ਰੋਨਿਕ ਮੀਡੀਆ ਇੰਨਾ ਸਟਰੋਂਗ ਨਹੀਂ ਹੈਗਾ ਜਿੰਨਾ ਹੋਰ ਕਮਿਊਨਿਟੀਜ਼ ਦਾ ਹੈਗਾ। ਰੇਡੀਓ ਚੈਨਲ, ਸਾਡੇ ਰੇਡੀਓ ਸਟੇਸ਼ਨ ਹੈਗੇ ਆ, ਪਰ ਇਹ ਪਹਿਲਾਂ ਬੁੱਧਾ ਚੈਨਲ ਇੰਡੀਆ ਦੇ ਵਿੱਚ ਖੋਲ੍ਹਿਆ, ਫਿਰ ਅਸ਼ੋਕਾ ਚੈਨਲ ਖੋਲ੍ਹਿਆ, ਆਵਾਜ਼ ਚੈਨਲ ਹੈ ਇੱਥੇ। ਭਾਰਤ ਤੋਂ ਬਾਅਦ ਇਹ ਪਹਿਲਾ, ਮੇਰਾ ਖਿਆਲ ਹੋਪਫੁਲੀ ਇਹ ਪਹਿਲਾ ਚੈਨਲ ਹੈ ਲੋਟਸ ਚੈਨਲ ਜਿਹੜਾ ਅੰਬੇਡਕਰੀ ਬੁੱਧਿਸਟ ਪੀਪਲ ਦਾ ਹੋ ਗਿਆ ਭਾਰਤ ਤੋਂ ਬਾਅਦ। ਸੋ ਉੱਥੇ ਦੀ ਜਿਹੜੀ ਮੈਨੇਜਮੈਂਟ ਹੈ ਉਹਨਾਂ ਨਾਲ ਤੁਹਾਡੇ ਕੀ ਵਿਚਾਰ ਹੋਇਆ? ਕੀ ਸਾਨੂੰ ਉਹ ਹੈਲਪ ਦੇ ਸਕਦੇ ਆ? ਕੀ ਉਹਨਾਂ ਨੂੰ ਅਸੀਂ ਹੈਲਪ ਦੇ ਸਕਦੇ ਹਾਂ? ਕਿੱਦਾਂ ਅਸੀਂ ਰਲ ਕੇ ਬਾਬਾ ਸਾਹਿਬ ਦਾ ਮਿਸ਼ਨ ਪ੍ਰਚਾਰ ਕਰ ਸਕਦੇ ਹਾਂ? ਥੈਂਕ ਯੂ ਵੇਦੀ ਸਾਹਿਬ, ਤੁਸੀਂ ਤਾਂ ਮੇਰੇ ਸਿਫਤਾਂ ਦੇ ਪੁਲੇ ਬਹੁਤ ਬੰਨ ਦਿੱਤੇ, ਕਿਉਂਕਿ ਇੱਕ ਐਜ ਏ ਅੰਬੇਡਕਰ ਜਾਂ ਇੱਕ ਬੁੱਧਿਸਟ ਇਹ ਫਰਜ਼ ਬਣਦਾ ਹੈ ਕਿ ਬਾਬਾ ਸਾਹਿਬ ਦਾ ਉਹ ਤਥਾਗਤ ਭਗਵਾਨ ਬੁੱਧ ਦਾ ਜੋ ਮਿਸ਼ਨ ਹੈ, ਉਹਨਾਂ ਦਾ ਧੰਮ ਆ, ਤੇ ਆਪਾਂ ਬਹੁਜਨ ਸਮਾਜ ਤੱਕ ਪਹੁੰਚਾਈਏ। ਤੇ ਉਹਦੇ ਲਈ ਜੋ ਮੈਂ ਕਰ ਰਿਹਾ, ਇਹ ਵੀ ਜੋ ਹੈ ਉਹ ਵੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਬਦੌਲਤ ਹੈ। ਤੇ ਮਤਲਬ ਇਹ ਮੇਰਾ ਇੱਕ ਫਰਜ਼ ਬਣਦਾ ਹੈ ਕਿ ਐਜ ਏ ਅੰਬੇਡਕਰ ਦੀ, ਕਿ ਇਹ ਪੇ ਬੈਕ ਟੂ ਦ ਸੋਸਾਇਟੀ, ਕਿ ਅਸੀਂ ਇੱਕ ਜੋ ਸੱਚੀ ਆਵਾਜ਼ ਆ, ਜੋ ਗਿਆਨ ਵਿਗਿਆਨ ਦੀ ਆਵਾਜ਼ ਅਸੀਂ ਘਰ ਘਰ ਪਹੁੰਚਾਉਣੀ ਆ। ਤੇ ਜੋ ਇੰਡੀਆ ਦਾ, ਜੋ ਭਾਰਤ ਨੂੰ ਮੈਂ ਗਿਆ ਸੀ, ਤੇ ਉਹਦੇ ਮਹਾੜ ਦਾ ਜੋ ਤੁਸੀਂ ਮੈਂਸ਼ਨ ਕੀਤਾ, ਤੇ ਬੜੀ ਖੁਸ਼ੀ ਹੁੰਦੀ ਆ ਕਿ ਜਦੋਂ ਉੱਥੇ ਤੁਸੀਂ ਦੇਖਦੇ ਆ ਕਿ ਉਹਨਾਂ ਦੇ ਲੋਕਾਂ ਦੇ ਵਿੱਚ ਵੀ ਕਿੰਨਾ ਉਤਸ਼ਾਹ ਆ ਅੰਬੇਡਕਰਾਈਟ ਲੋਕਾਂ ਦੇ ਵਿੱਚ। ਤੇ ਉਹਨਾਂ ਨੇ ਵੀ ਇੱਕ ਇਹ ਉਤਸ਼ਾਹ ਕੀਤਾ ਕਿ ਉੱਥੇ ਜਿਹੜਾ ਅਸ਼ੋਕਾ ਟੀਵੀ ਦੀ ਲਾਂਚਿੰਗ ਦਾ ਪ੍ਰੋਗਰਾਮ ਸੀ, ਤੇ ਜਿਹਦੇ ਵਿੱਚ ਹੋਰ ਵੀ ਮਿਨਿਸਟਰ ਆਏ ਸਨ, ਹੋਰ ਵੀ ਬਾਕੀ ਬੁੱਧੀਜੀਵੀ ਸੀ। ਉਹ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਗ੍ਰੇਟ ਬ੍ਰਿਟਨ ਨੂੰ ਇਹ ਬੜੀ ਮਾਣ ਦੀ ਗੱਲ ਆ ਕਿ ਉਹਨਾਂ ਦੇ ਵਿੱਚੋਂ ਮੈਨੂੰ ਵੀ ਉਹਨਾਂ ਦੇ ਚੀਫ ਗੈਸਟ ਦੀ ਲਿਸਟ ਦੇ ਵਿੱਚ ਮੈਨੂੰ ਸ਼ਾਮਿਲ ਕੀਤਾ। ਤੇ ਉਹਦੀ ਓਪਨਿੰਗ ਜੋ ਅਸੀਂ ਮਤਲਬ ਕਰਕੇ ਆਏ ਹਾਂ, ਤੇ ਬਹੁਤ ਹੀ ਸੋਹਣੇ ਤਰੀਕੇ ਨਾਲ ਮਤਲਬ ਇੱਕ ਵਿਸ਼ਾਲ ਹੋਲ ਦੇ ਵਿੱਚ ਉਹਨਾਂ ਨੇ ਇਹਦੀ ਲਾਂਚਿੰਗ ਕੀਤੀ, ਉਹਦੀ ਪ੍ਰੋਮੋ ਦਿਖਾਈ ਗਈ। ਔਰ ਦੂਸਰੀ ਗੱਲ ਕਿ ਉਹਦੇ ਜਿੰਨੇ 5 ਡਾਇਰੈਕਟਰ ਨੇ ਉਹ ਸਾਰੇ ਟਰੂ ਬੁੱਧਿਸਟ, ਟਰੂ ਅੰਬੇਡਕਰਾਈਟ ਨੇ। ਉਹਨਾਂ ਦਾ ਮਿਸ਼ਨ ਹੀ ਇਹ ਹੈ ਕਿ ਬਾਬਾ ਸਾਹਿਬ ਦਾ ਮਿਸ਼ਨ ਜੋ ਘਰ ਘਰ ਪਹੁੰਚਾਉਣਾ। ਤੇ ਉੱਥੇ ਮੈਨੂੰ ਇੱਕ ਗੱਲ ਬਹੁਤ ਵਧੀਆ ਲੱਗੀ ਕਿ ਜਦੋਂ ਉੱਥੇ ਗੱਲ ਚੱਲ ਰਹੀ ਸੀ, ਤੇ ਇੱਕ ਬੁਲਾਰੇ ਨੇ ਜੋ ਉਹਨਾਂ ਦਾ ਡਾਇਰੈਕਟਰ ਸੀ, ਕਹਿੰਦਾ ਬਚਪਨ ਦੇ ਵਿੱਚ ਮੈਂ ਬੁੱਧਾ ਦਾ ਕਦੇ ਨਾਂ ਹੀ ਨਹੀਂ ਸੁਣਿਆ ਸੀ, ਤੇ ਕਹਿੰਦਾ ਵੀ ਮੈਂ ਹੌਲੀ ਮੈਨੂੰ ਬੁੱਧਾ ਦੇ ਨੌਲੇਜ ਮਿਲੀ। ਤੇ ਮੈਂ ਫਿਰ ਜਦੋਂ ਮੇਰੀ ਵਾਰੀ ਆਈ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਇਹੀ ਕਾਰਨ ਆ ਕਿ ਅਸੀਂ ਜੋ ਇਹ ਲੋਟਸ ਟੀਵੀ ਇੰਗਲੈਂਡ ਦੇ ਵਿੱਚ ਸ਼ੁਰੂ ਕੀਤਾ, ਤੇ ਤੁਸੀਂ ਅਸ਼ੋਕਾ ਟੀਵੀ, ਕਿ ਇਹ ਜੋ ਤੰਮਾ ਵੀਲ ਆ ਇਹ ਸਾਰੇ ਭਾਰਤ ਦੇ ਵਿੱਚ ਹੁਣ ਘਰ ਘਰ ਦੇ ਵਿੱਚ ਜਾਊਗਾ। ਤੇ ਆਵਾਜ਼ ਜੋ ਆ ਬੁੱਧੰ ਸ਼ਰਨੰ ਗੱਛਾਮੀ ਦੇ ਜਿਹੜੇ ਸਵੇਰ ਨੂੰ ਆਵਾਜ਼ਾਂ ਆਉਣਗੀਆਂ ਸ਼ਰਾਈਨਾਂ ਦੇ ਬੁੱਧਾ ਵਿਹਾਰਾਂ ਦੇ ਵਿੱਚੋਂ, ਤੇ ਇਹੀ ਮਕਸਦ ਆ। ਤੇ ਗੱਲ ਬਾਕੀ ਸੀ ਕਿ ਉਹਨਾਂ ਦੇ ਨਾਲ ਗੱਲ ਲੋਟਸ ਟੀਵੀ ਦੇ ਮਾਧਿਅਮ ਤੋਂ
ਉਹਨਾਂ ਦੇ ਨਾਲ ਇਹ ਗੱਲ ਮੈਂ ਸ਼ੇਅਰ ਕਰਨੀ ਚਾਹੁੰਦਾ ਸੀ। ਉਹਨਾਂ ਦੇ ਨਾਲ ਮੇਰੀ ਮੀਟਿੰਗ ਹੋਈ ਸਪੈਸ਼ਲੀ ਉਹਨਾਂ ਦੇ ਨਾਲ ਬੈਠ ਕੇ, ਤੇ ਉਹਨਾਂ ਦੇ ਜੋ ਇੱਕ ਡਾਇਰੈਕਟਰ 5 ਡਾਇਰੈਕਟਰ ਸੀ, ਉਹਨਾਂ ਦੇ ਵਿੱਚੋਂ ਇੱਕ ਡਾਇਰੈਕਟਰ ਜਿਹੜਾ ਆ ਵਿਪਲਵ ਊਕੇ, ਉਹ ਆਪਣੇ ਜਿਹੜੇ ਪਿਛਲੇ ਸਾਲ 124ਵੇਂ ਬਾਬਾ ਸਾਹਿਬ ਦੇ ਬਰਥ ਐਨੀਵਰਸਰੀ 'ਤੇ ਆਪਾਂ ਜਿਹੜਾ ਪ੍ਰੋਗਰਾਮ ਉੱਥੇ ਆਏ ਸੀ, ਤੇ ਉਹਨਾਂ ਨਾਲ ਗੱਲਬਾਤ ਹੋਈ। ਬੜੀ ਗੰਭੀਰ ਅਤੇ ਬੜੀ ਮਤਲਬ ਡੂੰਘੀ ਤਰੀਕੇ ਨਾਲ ਉਹਨਾਂ ਨੇ ਨਾਲ ਸੀਰੀਅਸ ਗੱਲ ਕੀਤੀ। ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਅਸੀਂ ਵੀ ਉੱਥੇ ਸ਼ੁਰੂ ਕਰ ਲਿਆ, ਤੇ ਕੋਇਨਸੀਡੈਂਟ ਜਿੱਦਾਂ ਮੈਂ ਕਿਹਾ ਕਿ ਉਸ ਟਾਈਮ 'ਤੇ ਮਤਲਬ ਮੇਰੀ ਸਪੀਚ ਸੀਗੀ, ਤੇ ਮੈਂ ਘੜੀ 'ਤੇ ਦੇਖ ਕੇ ਤੇ ਉਹਨਾਂ ਨੂੰ ਦੱਸਿਆ ਕਿ ਲੋਟਸ TV ਸ਼ੁਰੂ ਹੋ ਚੁੱਕਾ, ਤੇ ਉਹਨੇ ਕਾਫੀ ਸ਼ਲਾਘਾ ਕੀਤੀ। ਤੇ ਉਹਨਾਂ ਨੇ ਮੈਨੂੰ ਆਸ਼ਵਾਸਨ ਦਵਾਇਆ ਕਿ ਜਿੱਦਾਂ ਦੀ ਵੀ ਕੋਈ ਵੀ ਟੈਕਨੀਕਲ ਜਾਂ ਕੋਈ ਵੀ ਹੈਲਪ ਹੋਊਗੀ, ਜਾਂ ਕੋਈ ਵੀ ਡਾਕੂਮੈਂਟਰੀ ਤੌਰ 'ਤੇ ਜਾਂ ਉਹਨਾਂ ਦੇ ਪ੍ਰੋਗਰਾਮ ਜਿਹੜੇ ਆ ਉਹ ਸਾਨੂੰ ਦੇ ਸਕਦੇ ਆ, ਤੇ ਸਾਡੇ ਪ੍ਰੋਗਰਾਮ ਜਿਹੜੇ ਆ ਉਹ ਕਹਿੰਦੇ ਵੀ ਅਸੀਂ ਤੁਹਾਡੇ ਪ੍ਰੋਗਰਾਮ ਜੋ DM ਦੇ ਪ੍ਰੋਗਰਾਮ ਵੀ ਆ ਅਸੀਂ ਉੱਥੋਂ ਪ੍ਰਸਾਰਿਤ ਕਰ ਸਕਦੇ। ਇਸ ਦਾ ਮਤਲਬ ਹੈ ਉੱਥੇ ਜੋ ਕਿ ਡਾਕੂਮੈਂਟਰੀ ਬੁੱਧਿਸਟ ਪਲੇਸਿਸ ਸਾਰੇ ਇੰਡੀਆ ਦੇ ਵਿੱਚ ਹੈਗੇ, ਅਗਰ ਉਹ ਕਵਰ ਕਰਦੇ ਆ ਆਪਣੀ ਡਾਕੂਮੈਂਟਰੀ ਬਣਾਉਂਦੇ ਆ ਤਾਂ ਸਾਨੂੰ ਭੇਜ ਸਕਦੇ, ਅਸੀਂ ਲੋਟਸ TV ਤੇ ਦਿਖਾ ਸਕਦੇ ਹਾਂ। ਤੇ ਬੜੇ ਮਾਣ ਦੀ ਗੱਲ ਹੈ, ਉਹਨਾਂ ਨੇ ਕਿਹਾ ਕਿ ਯੂ ਡਿਮਾਂਡ ਇਟ ਐਂਡ ਵੀ ਫੁਲਫਿਲ ਇਟ, ਦੇ ਪ੍ਰੋਵਾਈਡ ਇਟ। ਗੁੱਡ। ਤੇ ਇਹ ਮਤਲਬ ਹਰ ਇੱਕ ਅੰਬੇਡਕਰਾਈਟ ਔਰ ਹਰ ਇੱਕ ਬਹੁਜਨ ਸਮਾਜ ਦੇ ਜਿੰਨੇ ਵੀ ਅਸੀਂ ਪ੍ਰਾਣੀ ਆ, ਉਹਦਾ ਫਰਜ਼ ਬਣਦਾ ਜਿੱਦਾਂ ਦੀ ਵੀ ਹੈਲਪ ਆਪਾਂ ਕਰ ਸਕਦੇ। ਮੈਂ ਬੱਚਿਆਂ ਨੂੰ ਸਪੈਸ਼ਲੀ ਆਈ ਵੁੱਡ ਲਾਈਕ ਟੂ ਰਿਕੁਐਸਟ ਆਵਰ ਯੰਗਸਟਰ, ਜਿਹੜੇ ਸਾਡੇ ਬੱਚੇ ਆ, ਕਿ ਪਲੀਜ਼ ਕਮ ਫੋਰਵਰਡ, ਕਿ ਅੱਜ ਟੂਡੇ ਇਜ਼ ਏ IT ਏਜ ਐਂਡ ਦੇਰ ਆਰ ਲੋਟ ਆਫ ਆਵਰ ਚਿਲਡਰਨ in families, they done the degrees in IT, we need their support. So please support the Dr. Ambedkar Memorial Committee, please support this Lotus TV, ਤੁਹਾਡੀ ਜ਼ਰੂਰਤ ਹੈ ਸਾਨੂੰ। ਤੇ ਉਹਦੇ ਵਿੱਚ ਆਪਾਂ ਇਹ ਜੋ ਆਪਾਂ ਲੋਟਸ TV ਚਲਾਇਆ, ਇਹਨੂੰ ਆਪਾਂ ਵੱਧ ਤੋਂ ਵੱਧ ਮਤਲਬ ਹੋਰ ਚੰਗੀ ਤਰ੍ਹਾਂ ਕਾਮਯਾਬ ਕਰਨਾ, ਤੇ ਸਾਨੂੰ IT ਬੱਚਿਆਂ ਦੀ ਜ਼ਰੂਰਤ ਹੈ। ਤੇ ਉਹਨਾਂ ਨੇ ਮੈਨੂੰ ਇਹ ਆਸ਼ਵਾਸਨ ਦਵਾ ਦਿੱਤਾ, ਸਪੈਸ਼ਲੀ ਵਿਪਲਵ ਊਕੇ ਨੇ, ਐਨੀ ਟਾਈਪ ਆਫ ਕੋਈ ਵੀ ਟੈਕਨੀਕਲ ਜਾਂ ਕਿਸੇ ਤਰ੍ਹਾਂ ਦੀ ਵੀ ਤੁਹਾਨੂੰ ਜ਼ਰੂਰਤ ਹੈ ਸਾਡੀ, ਸਾਨੂੰ ਤੁਸੀਂ ਡਿਮਾਂਡ ਕਰੋ, ਅਸੀਂ ਤੁਹਾਡੀ ਪੂਰੀ ਕਰਾਂਗੇ। ਥੈਂਕ ਯੂ ਸੁਮਨ ਜੀ, ਬੜੀ ਅੱਛੀ ਨਿਊਜ਼ ਦਿੱਤੀ ਹੈ ਵੀ ਸਾਨੂੰ ਕਿਸੇ ਤਰ੍ਹਾਂ ਵੀ ਟੈਕਨੀਕਲ ਜਾਂ ਮੈਨ ਪਾਵਰ ਚਾਹੀਦੀ ਹੈਗੀ, ਤਾਂ ਉਹ ਸਾਡੇ ਜਿਹੜੇ ਇੰਡੀਆ ਦੇ ਵਿੱਚ ਸਾਥੀ ਹੈਗੇ ਆ, ਚੈਨਲ ਚਲਾ ਰਹੇ ਆ, ਉਹ ਸਾਨੂੰ ਪ੍ਰੋਵਾਈਡ ਕਰਨ ਲਈ ਐਗਰੀ ਹੋ ਗਏ। ਬਹੁਤ ਅੱਛੀ, ਇਸ ਤਰ੍ਹਾਂ ਰਲ ਕੇ ਅਸੀਂ ਬਾਬਾ ਸਾਹਿਬ ਦਾ ਮਿਸ਼ਨ ਹੋਰ ਬੜੀ ਸਪੀਡ ਨਾਲ ਲੋਕਾਂ ਤੱਕ ਪਹੁੰਚਾ ਸਕਦੇ ਆ। ਸਾਥੀਓ, ਮੈਂ ਇੱਕ ਵਾਰੀ ਫਿਰ ਰਿਪੀਟ ਕਰੂੰਗਾ ਵੀ ਅਗਰ ਦੇਵ ਸੁਮਨ ਜੀ ਦੀ ਜੋ ਯੋਗਦਾਨ ਬੁੱਧਿਸਟ ਇੰਟਰਨੈਸ਼ਨਲ ਮੀਡੀਆ ਦੀ ਸੈਟਅਪ ਵਿੱਚ, ਲੋਟਸ TV ਦੇ ਸੈਟਅਪ 'ਚ ਨਾ ਹੁੰਦਾ, ਤਾਂ ਅੱਜ ਅਸੀਂ ਇਹ ਪ੍ਰੋਗਰਾਮ ਨਾ ਕਦੀ ਵੀ ਕਰਦੇ ਹੁੰਦੇ। ਸੁਮਨ ਜੀ ਸਾਡੇ ਜੋ ਮੇਨ ਪਿਲਰ, ਇੱਕ ਬਿਲਡਿੰਗ ਦੇ ਵਿੱਚ ਮੇਨ ਪਿਲਰ ਹੁੰਦਾ ਹੈਗਾ, ਮੇਨ ਸਤੰਭ ਜਿਹੜਾ ਹੁੰਦਾ, ਉਹ ਦੇਵ ਸੁਮਨ ਜੀ ਬੁੱਧਿਸਟ ਇੰਟਰਨੈਸ਼ਨਲ ਮੀਡੀਆ ਦੇ ਮੇਨ ਸਤੰਭ ਹੈਗੇ ਆ, ਮੇਨ ਬੇਸ ਹੈਗੇ ਆ। ਇਹਨਾਂ ਦੇ ਆਸ਼ੀਰਵਾਦ ਨਾਲ, ਇਹਨਾਂ ਦੇ ਸਹਿਯੋਗ ਨਾਲ, ਇਹਨਾਂ ਦੇ ਨਾਲ ਹੋਰ ਸਾਥੀ ਚੱਲੀ ਸਾਹਿਬ, ਗੌਤਮ ਜੀ, ਦੀਸ਼ ਗੇ, ਮੈਂ ਖੁਦ ਇਹਨਾਂ ਦੇ ਨਾਲ ਸਪੋਰਟ ਕਰ ਰਹੇ। ਅਸੀਂ ਇੱਕ ਟੀਮ ਬਣ ਕੇ, ਰੇਖਾ ਜੀ ਸਾਡੇ ਨਾਲ ਜੁਆਇਨ ਕੀਤਾ ਹੈਗਾ, ਤਾਂ ਅਸੀਂ ਇੱਕ ਟੀਮ ਬਣ ਕੇ, ਪਰ ਸਾਡਾ ਜਿਹੜਾ ਬੇਸ ਹੈਗਾ, ਜੋ ਮੇਨ ਸਪੋਰਟਿੰਗ ਪਰਸਨ ਹੈਗਾ, ਉਹ ਦੇਵ ਸੁਮਨ ਜੀ ਆ। ਤਾਂ ਅਸੀਂ ਸੁਮਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਾਡੇ ਦੂਸਰੇ ਪੈਨਲਿਸਟ ਮਿਸਿਜ਼ ਰੇਖਾ ਪੌਲ ਜੀ ਦਾ ਇੱਕ ਵਾਰੀ ਫੇਰ ਮੈਂ ਲੋਟਸ TV ਤੇ ਸਵਾਗਤ ਕਰੂੰਗਾ। ਲਾਸਟ ਵੀਕ ਵੀ ਤੁਸੀਂ ਇਹਨਾਂ ਦਾ ਪ੍ਰੋਗਰਾਮ ਸੁਣਿਆ, ਬਹੁਤ ਸ਼ਲਾਘਾ ਕੀਤੀ ਔਰ ਬੱਚਿਆਂ ਨੇ ਵੀ ਬਹੁਤ ਲਾਈਕ ਕੀਤਾ। ਰੇਖਾ ਜੀ, ਜਿਸ ਤਰ੍ਹਾਂ ਵੀ ਆਪਾਂ ਕਹਿੰਦੇ ਹੈਗੇ ਆ, ਭਗਵਾਨ ਬੁੱਧ ਦਾ ਧੰਮ ਪੜ੍ਹਦੇ ਆ, 2600 ਸਾਲ ਤੋਂ ਚੱਲਿਆ ਆ ਰਿਹਾ ਹੈਗਾ, ਉਸ ਦੇ ਵਿੱਚ ਬਹੁਤ ਸਾਰੇ ਟਾਈਮ ਟੂ ਟਾਈਮ, ਇਕੱਲੇ ਭਾਰਤ ਦੇ ਵਿੱਚ ਹੀ ਨਹੀਂ, ਸਾਰੇ ਦੁਨੀਆ ਦੇ ਬਹੁਤ ਐਸੇ ਕਿੰਗ ਹੋਏ ਆ, ਰਾਜੇ ਹੋਏ ਆ, ਜਿਨ੍ਹਾਂ ਨੇ ਭਗਵਾਨ ਬੁੱਧ ਦੇ ਧੰਮ ਨੂੰ ਅੱਗੇ ਫੈਲਾਉਣ ਦੀ ਕੋਸ਼ਿਸ਼ ਕੀਤੀ, ਜਿਸ ਦੀ ਸਭ ਤੋਂ ਵੱਡੀ ਐਗਜ਼ਾਮਪਲ ਭਾਰਤ ਦੇ ਵਿੱਚ ਸਮਰਾਟ ਅਸ਼ੋਕ ਹੈਗੇ ਆ। ਸਮਰਾਟ ਅਸ਼ੋਕ ਦੇ ਟਾਈਮ 'ਤੇ ਭਗਵਾਨ ਬੁੱਧ ਦਾ ਜੋ ਧੰਮ ਦੇਸ਼ ਵਿਦੇਸ਼ਾਂ ਵਿੱਚ ਵੀ ਗਿਆ, ਉਹਨਾਂ ਦੇ ਆਪਣੇ ਬੱਚੇ ਵੀ ਇਸ ਧੰਮ ਦੇ ਵਿੱਚ ਕਨਵਰਟ ਹੋ ਗਏ ਆ। ਮੈਂ ਆਪਣੇ ਰਿਕੁਐਸਟ ਕਰੂੰਗਾ ਤੁਹਾਨੂੰ ਕਿ ਸਾਡੇ ਲੋਟਸ TV ਦੇ ਜਿਹੜੇ ਦਰਸ਼ਕ ਹੈਗੇ ਨੇ, ਉਹਨਾਂ ਨੂੰ ਅਸ਼ੋਕ ਦਾ ਕਿਸੇ ਟਾਈਮ 'ਤੇ ਚੰਡ ਅਸ਼ੋਕ ਉਹਨਾਂ ਨੂੰ ਕਹਿੰਦੇ ਸੀ, ਜਦੋਂ ਭਗਵਾਨ ਬੁੱਧ ਦੇ ਉਹ ਸ਼ਰਨ ਵਿੱਚ ਆਏ ਤਾਂ ਉਹ ਧੰਮ ਅਸ਼ੋਕ ਬਣ ਗਏ, ਕਿੰਨੀ ਉਹਨਾਂ ਚੇਂਜ ਆਈ ਆ। ਤਾਂ ਤੁਸੀਂ ਗ੍ਰੇਟ ਅਸ਼ੋਕਾ ਦੀ ਗ੍ਰੇਟ ਵੀ ਉਹਨਾਂ ਨੂੰ ਕਹਿੰਦੇ ਹੈਗੇ ਆ, ਸਮਰਾਟ ਅਸ਼ੋਕ, ਚੱਕਰਵਰਤੀ ਸਮਰਾਟ ਅਸ਼ੋਕ ਕਹਿੰਦੇ ਆ। ਉਹਨਾਂ ਬਾਰੇ ਕੁਝ ਜਾਣਕਾਰੀ ਸਾਡੇ ਲੋਟਸ TV ਦੇ ਦਰਸ਼ਕਾਂ ਨੂੰ ਦਿਓ ਵੀ ਅਸ਼ੋਕਾ ਦੀ ਗ੍ਰੇਟ ਦਾ ਬੁੱਧ ਧਰਮ ਦੇ ਵਿੱਚ ਕੀ ਯੋਗਦਾਨ ਫੈਲਾਉਣ 'ਚ। ਬਿਲਕੁਲ, ਤੁਹਾਡੇ ਇਸ ਗੱਲ ਦੇ ਨਾਲ ਬਿਲਕੁਲ ਸਹਿਮਤ ਹਾਂ ਕਿ ਉਹਨਾਂ ਵਰਗਾ ਸਮਰਾਟ ਭਾਰਤ ਦੇ ਵਿੱਚ ਸ਼ਾਇਦ ਬਾਅਦ ਵਿੱਚ ਸਾਨੂੰ ਕੋਈ ਨਹੀਂ ਮਿਲਿਆ।
ਸਮਰਾਟ ਅਸ਼ੋਕ ਜਿਹੜੇ ਉਹ ਇੱਦਾਂ ਦੇ ਇਤਿਹਾਸਿਕ ਸਮਰਾਟ ਮੰਨੇ ਜਾਂਦੇ ਹਨ ਜਿਨ੍ਹਾਂ ਨੂੰ ਇਤਿਹਾਸ ਅਜੇ ਤੱਕ ਦੁਹਰਾ ਰਿਹਾ। ਇਤਿਹਾਸ ਵਿੱਚ ਬਹੁਤ ਸਾਰੇ ਸਮਰਾਟ ਜਿਨ੍ਹਾਂ ਨੇ ਆਪਣੇ ਭਾਰਤ ਦੇ ਇਤਿਹਾਸ ਨੂੰ ਰਚਿਆ, ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਮੌਰੀਆ ਰਾਜਿਆਂ ਨੇ ਜਿਹੜੀ ਸ਼ੁਰੂਆਤ ਕੀਤੀ ਸੀ। ਤੇ ਅਸ਼ੋਕ ਜਿਹੜੇ ਅਸ਼ੋਕ ਸਮਰਾਟ, ਉਹਨਾਂ ਨੇ ਕਲਿੰਗਾਂ ਦਾ ਯੁੱਧ ਜਿੱਤ ਕੇ ਤੇ ਉਹਨਾਂ ਨੇ ਇਸ ਦੇ ਵਿੱਚ ਬਹੁਤ ਵੱਡਾ ਇੱਕ ਰੋਲ ਅਦਾ ਕੀਤਾ। ਪਰ ਉਸ ਕਲਿੰਗਾ ਦੇ ਯੁੱਧ ਨੇ ਜਿਹੜੇ ਆਪਣੇ ਅਸ਼ੋਕ ਸਮਰਾਟ ਹੈ ਉਹਨਾਂ ਦਾ ਜਿਹੜਾ ਧਰਮ ਰਾਜ ਜੋ ਧੰਮ ਹੈ ਉਹਨਾਂ ਦਾ, ਉਸ ਨੂੰ ਜਿਹੜਾ ਬਦਲਾਵ ਲਿਆਂਦਾ ਉਸ ਟਾਈਮ ਲਿਆਂਦਾ। ਬਿਕੋਜ਼ ਉਸ ਯੁੱਧ ਦੇ ਵਿੱਚ, ਕਲਿੰਗਾ ਦੇ ਯੁੱਧ ਦੇ ਵਿੱਚ ਅਸ਼ੋਕ ਸਮਰਾਟ ਨੇ ਜਿੱਤ ਪ੍ਰਾਪਤ ਕੀਤੀ, ਬਹੁਤ ਵੱਡੇ ਲੈਵਲ ਤੇ ਜਿੱਤ ਪ੍ਰਾਪਤ ਕੀਤੀ, ਪਰ ਉਹਨਾਂ ਦਾ ਜਿਹੜਾ ਮਨ ਸੀ ਉਹ ਬਿਰਲਾਪ ਨਾਲ ਕਰਲਾਪ ਉੱਠਿਆ ਬਾਅਦ ਵਿੱਚ, ਕਿਉਂਕਿ ਉਹਨਾਂ ਨੂੰ ਇਹ ਮਹਿਸੂਸ ਹੋਇਆ ਕਿ ਉਸ ਯੁੱਧ ਦੇ ਵਿੱਚ ਕਿੰਨੇ ਲੋਕ ਜਿਹੜੇ ਨੇ ਉਹਨਾਂ ਦੀ ਬਲੀ ਉੱਥੇ ਚੜੀ, ਕਿੰਨੀ ਤਾਦਾਦ ਦੇ ਵਿੱਚ ਲੋਕ ਉੱਥੇ ਜਿਹੜੇ ਵਿਅਕਤੀ ਜਿਹੜੇ ਉੱਥੇ ਉਹ ਇੰਜਰ ਹੋਏ। ਤੇ ਉਹ ਬੜੀ ਹੀ ਦੁੱਖ ਉਹਨਾਂ ਦੇ ਮਨ ਦੇ ਵਿੱਚ ਉੱਭਰਿਆ ਉੱਥੋਂ। ਤੇ ਉਸ ਤੋਂ ਉਹਨਾਂ ਨੇ ਨਿਰਣੈ ਕੀਤਾ ਉਸ ਤੋਂ ਬਾਅਦ ਕਿ ਇਹ ਜਿਹੜਾ ਇਹ ਬਿਲਕੁਲ ਵੀ ਜਿਹੜੀ ਮੇਰੀ ਜਿੱਤ ਦਾ ਜਿਹੜਾ ਰਸਤਾ ਸੀ ਇਹ ਬਿਲਕੁਲ ਸਹੀ ਨਹੀਂ ਹੈ, ਇਹ ਜਿੱਤ ਪ੍ਰਾਪਤ ਕਰਕੇ ਵੀ ਮੇਰੀ ਜਿੱਤ ਨਹੀਂ ਹੈਗੀ। ਤੇ ਉਹਨਾਂ ਨੇ ਉਸ ਤੋਂ ਬਾਅਦ ਆਪਣਾ ਜਿਹੜਾ ਧਰਮ ਰਾਜ, ਜਿਸ ਨੂੰ ਆਪਾਂ ਭਾਰਤ ਦਾ ਅਸ਼ੋਕਾ ਸਮਰਾਜ ਕਹਿ ਸਕਦੇ ਹਾਂ, ਉਹਦੇ ਵਿੱਚ ਉਹਨਾਂ ਨੇ ਆਪਣਾ ਜਿਹੜਾ ਸ਼ਾਸਨ ਦਾ ਰੂਲ ਸੀਗੇ, ਰੈਗੂਲੇਸ਼ਨ ਸੀਗੇ, ਸਾਰੇ ਉਹਨਾਂ ਨੇ ਫਿਰ ਬੁੱਧ ਧਰਮ ਨੂੰ ਲੈ ਕੇ ਆਪਣਾ ਧੰਮ ਜਿਹੜਾ ਉੱਥੋਂ ਸ਼ੁਰੂ ਕੀਤਾ। ਉਹਨਾਂ ਨੇ ਧਰਮ ਨੂੰ ਪਹਿਲਾਂ ਕਿਹਾ ਕਿ ਜਿਹੜਾ ਬੁੱਧ ਧਰਮ ਹੈ ਉੱਤਮ ਧਰਮ ਹੈ, ਉੱਥੋਂ ਉਹਨਾਂ ਨੇ ਸ਼ੁਰੂ ਕਰਕੇ ਉਹਨਾਂ ਨੇ 10 ਚੀਜ਼ਾਂ ਆਪਣੇ ਸਮਰਾਟ ਆਪਣੇ ਸ਼ਾਸਨ ਦੇ ਵਿੱਚ ਲਾਗੂ ਕੀਤੀਆਂ, ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਧੰਮ ਨੂੰ ਸ਼ਾਮਲ ਕੀਤਾ, ਫਿਰ ਉਹਨਾਂ ਨੇ ਆਚਰਣ ਨੂੰ ਸ਼ਾਮਲ ਕੀਤਾ, ਫਿਰ ਉਹਨਾਂ ਨੇ ਰਾਜ ਪ੍ਰਬੰਧ ਨੂੰ ਸ਼ਾਮਲ ਕੀਤਾ, ਫਿਰ ਉਹਨਾਂ ਨੇ ਲੋਕ ਹਿੱਤਾਂ ਨੂੰ ਸ਼ਾਮਲ ਕੀਤਾ, ਉਸ ਤੋਂ ਬਾਅਦ ਉਹਨਾਂ ਨੇ ਵਿਕਟਰੀ ਜਿੱਤ ਨੂੰ ਸ਼ਾਮਲ ਕੀਤਾ, ਤਾਲ ਮੇਲ ਨੂੰ ਸ਼ਾਮਲ ਕੀਤਾ, ਪਾਪ ਤੇ ਪੁੰਨ ਨੂੰ ਸ਼ਾਮਲ ਕੀਤਾ, ਮਿਹਨਤ ਨੂੰ ਸ਼ਾਮਲ ਕੀਤਾ। ਫਿਰ ਉਹਨਾਂ ਦਾ ਨੈਕਸਟ ਸੀਗਾ ਜਿੱਦਾਂ ਵਾਤਾਵਰਣ, ਐਟਮੋਸਫੇਅਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਇੱਕ ਸ਼ਾਸਨ ਦਾ, ਉਸ ਨੂੰ ਸਿਰਜਿਆ। ਉਸ ਧਰਮ ਤੇ ਕਰਮ, ਉਹ ਦੋ ਚੀਜ਼ਾਂ ਨੂੰ ਵੀ ਉਹਨਾਂ ਨੇ ਬਹੁਤ ਵਿਸਥਾਰ ਨਾਲ ਆਪਣੇ ਸਮਾਜ ਦੇ ਵਿੱਚ, ਆਪਣੇ ਸ਼ਾਸਨ ਦੇ ਵਿੱਚ ਜਿਹੜਾ ਬਣਾਇਆ। ਤੇ ਲਾਸਟ ਉਹਨਾਂ ਦਾ ਜਿਸ ਤਰ੍ਹਾਂ ਅਸੀਂ ਭਵਿੱਖ ਦੇ ਵਿੱਚ ਤੇ ਅਸੀਂ ਵਰਤਮਾਨ ਦਾ ਆਪਣਾ ਬਿਲਡਅਪ ਕਰਦੇ, ਤਾਂ ਉਹਨਾਂ ਨੇ ਆਪਣੇ ਉਸ ਸ਼ਾਸਨ ਦੇ ਵਿੱਚ ਉਸ ਨੂੰ ਵੀ ਵਿਵਿਧ ਨਾਂ ਦੇ ਕੇ ਭਵਿੱਖ ਤੇ ਵਰਤਮਾਨ ਨੂੰ ਇਕੱਠਾ ਕਰਕੇ ਆਪਣੇ ਜਿਹੜੇ ਸ਼ਾਸਨ ਨੂੰ ਜਿਹੜਾ ਉਹਨਾਂ ਨੇ ਉਹ ਆਪਣਾ ਸ਼ਾਸਨ ਜਿਹੜਾ ਬਣਾਇਆ ਉਹਨੂੰ। ਸੋ ਰੇਖਾ ਜੀ, ਤੁਹਾਡਾ ਮਤਲਬ ਇਹ ਵੀ ਅਸ਼ੋਕਾ ਨੇ ਜਦੋਂ ਭਗਵਾਨ ਬੁੱਧ ਦੀ ਦਮ ਦੀ ਸੰਗ ਦੀ ਸ਼ਰਨ ਆਏ, ਹਾਂਜੀ, ਤਾਂ ਜੋ ਉਹਨਾਂ ਨੇ ਆਪਣਾ ਰਾਜ ਪਾਠ ਜੋ ਐਡਮਿਨਿਸਟ੍ਰੇਸ਼ਨ ਸੀ ਸਾਰੀ ਬੁੱਧ ਧਰਮ ਦੇ ਸਾਥ ਚਲਾਈ। ਬਹੁਤ ਉਹਨਾਂ ਨੇ ਉਸ ਤੋਂ ਕਲਿੰਗਾ ਦੇ ਯੁੱਧ ਤੋਂ ਬਾਅਦ ਸਾਰੀ ਉਹਨਾਂ ਨੇ ਬੁੱਧ ਧਰਮ ਨੂੰ ਲੈ ਕੇ ਸਾਰੀਆਂ ਉਸ ਦੀਆਂ ਸਿੱਖਿਆਵਾਂ ਨੂੰ ਲੈ ਕੇ, ਉਸ ਦਾ ਕੀ ਬੇਸ ਹੈ, ਕੀ ਦੁਨੀਆ ਦੇ ਲਈ ਭਲਾ ਹੈ ਕਰਕੇ, ਬੁੱਧ ਧਰਮ ਤੋਂ ਇਲਾਵਾ ਉਹਨਾਂ ਨੂੰ ਇਹ ਸਭ ਕੁਛ ਮਹਿਸੂਸ ਨਹੀਂ ਹੁੰਦਾ। ਕਹਿੰਦੇ ਸੀ ਬੁੱਧ ਹੀ ਇੱਕ ਧਰਮ ਹੈਗਾ ਜਿਹਦੇ ਵਿੱਚ ਸਭ ਕੁਛ ਹੈਗਾ। ਤੇ ਉਹਨਾਂ ਨੇ ਬੁੱਧ ਧੰਮ ਨੂੰ ਆਪਣਾ ਬੇਸ ਬਣਾ ਕੇ ਸਾਰੀਆਂ ਸ਼ਾਸਨ ਦੀਆਂ ਚੀਜ਼ਾਂ ਨੂੰ ਆਪਣੇ ਜਿਹੜੇ ਸ਼ਾਸਨ ਦੇ ਵਿੱਚ ਬਾਅਦ ਵਿੱਚ ਸਾਰੀਆਂ ਉਹਨਾਂ ਨੇ ਲਾਗੂ ਕੀਤੀਆਂ। ਤੇ ਇਹਦਾ ਮਤਲਬ ਵੀ ਇਸੇ ਕਰਕੇ ਉਸ ਵੇਲੇ ਭਾਰਤ ਨੂੰ ਇੱਕ ਸੋਨੇ ਦੀ ਚਿੜੀਆ ਕਿਹਾ ਜਾਂਦਾ ਸੀਗਾ, ਕਿਉਂਕਿ ਬੁੱਧਿਜ਼ਮ ਦਾ ਬਹੁਤ ਮਹਾਰਾਜਾ ਅਸ਼ੋਕ ਨੇ। ਹੋਰ ਤੁਸੀਂ ਥੋੜਾ ਦੱਸੋਗੇ ਵੀ ਮਹਾਰਾਜਾ ਅਸ਼ੋਕ ਨੇ ਭਾਰਤ ਦੇ ਵਿੱਚ ਤਾਂ ਬੁੱਧ ਧਰਮ ਫੈਲਾਇਆ, ਬਹੁਤ ਕੰਮ ਕੀਤੇ ਆ, ਭਾਰਤ ਤੋਂ ਬਾਅਦ ਬਾਹਰਲੇ ਦੇਸ਼ਾਂ ਵਿੱਚ ਵੀ ਉਹਨਾਂ ਦਾ ਯੋਗਦਾਨ ਹੈ ਬੁੱਧ ਧਰਮ ਨੂੰ ਪਹਿਚਾਉਣ ਦਾ, ਫੈਲਾਉਣ ਦਾ, ਪ੍ਰਸਾਰ ਕਰਨ ਦਾ? ਇਹ ਤੁਹਾਡਾ ਸਵਾਲ ਬਹੁਤ ਹੀ ਇੰਪੋਰਟੈਂਟ ਹੈ। ਅਸ਼ੋਕਾ ਸਮਰਾਟ ਜਦੋਂ ਬੁੱਧ, ਉਹਨਾਂ ਨੇ ਆਪ ਬੁੱਧਇਜ਼ਮ ਨੂੰ ਅਪਣਾਇਆ ਤੇ ਆਪਣਾ ਸ਼ਾਸਨ ਬੁੱਧ ਦੇ ਤਰ੍ਹਾਂ ਦਾ ਬਣਾਇਆ। ਤੇ ਉਹਨਾਂ ਨੇ ਇਹ ਪੁੱਛਿਆ ਕਿ ਮੈਂ ਹੁਣ ਪੱਕਾ ਬੁੱਧਿਸਟ ਜਾਂ ਬੋਧੀ ਬਣ ਗਿਆ ਹਾਂ। ਤੇ ਜਦੋਂ ਉਹਨਾਂ ਦੇ ਮਨ ਦੇ ਵਿੱਚ ਸਵਾਲ ਆਇਆ ਤਾਂ ਉਹਨਾਂ ਨੂੰ ਇਸ ਦਾ ਜਵਾਬ ਵੀ ਇਹ ਮਿਲਿਆ ਕਿ ਅਜੇ ਤੂੰ ਜਿਹੜਾ ਪੱਕਾ ਬੋਧੀ ਨਹੀਂ ਹੈਗਾ। ਤੇ ਉਹਨਾਂ ਨੇ ਪੁੱਛਿਆ ਕਿ ਕਿਸ ਤਰ੍ਹਾਂ ਕੰਪਲੀਟ ਕਰ ਸਕਦਾ ਇਸ ਨੂੰ। ਤੇ ਉਹਨਾਂ ਨੂੰ ਫਿਰ ਭਿਕਸ਼ੂਆਂ ਵੱਲੋਂ ਇਹ ਕਿਹਾ ਗਿਆ ਕਿ ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਜਦੋਂ ਤੱਕ ਮਿਸ਼ਨ ਦੇ ਵਿੱਚ ਸ਼ਾਮਲ ਨਹੀਂ ਕਰਦੇ, ਤਾਂ ਉਹ ਕੋਈ ਵੀ ਮਿਸ਼ਨ ਹੋਵੇ, ਤੇ ਉਹਨਾਂ ਨੂੰ ਕਿਹਾ ਸੀ ਜਦੋਂ ਤੱਕ ਤੁਸੀਂ ਆਪਣੇ ਬੱਚਿਆਂ ਨੂੰ ਇਸ ਧੰਮ ਦੇ ਵਿੱਚ ਨਹੀਂ ਸ਼ਾਮਲ ਕਰਦੇ, ਉਦੋਂ ਤੱਕ ਤੁਹਾਡਾ ਧੰਮ ਜਾਂ ਤੁਹਾਡਾ ਆਪਣਾ ਧਰਮੀ ਹੋਣਾ ਜਿਹੜਾ ਅਧੂਰਾ ਹੈਗਾ। ਤੇ ਉਹਨਾਂ ਨੇ ਇਸ ਗੱਲ ਨੂੰ ਲੈ ਕੇ ਆਪਣੇ ਬੇਟੇ ਤੇ ਬੇਟੀ ਨੂੰ ਉਹਨਾਂ ਨੇ ਸ਼੍ਰੀਲੰਕਾ ਭੇਜਿਆ। ਤੇ
ਉਹ ਜਿਹੜਾ ਸੀਗਾ ਉਸ ਤੋਂ ਸ਼੍ਰੀਲੰਕਾ ਦੇ ਵਿੱਚ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਜਿਹੜਾ ਬੁੱਧ ਧਰਮ ਦਾ ਪਸਾਰ ਹੈ, ਤਾਂ ਉਹ ਅਸ਼ੋਕ ਸਮਰਾਟ ਦੀ ਹੀ ਦੇਣ ਹੈ ਕਿ ਉਹਨਾਂ ਨੇ ਉੱਥੋਂ ਜਿਹੜਾ ਉਹ ਬੀਜ ਬੁੱਝਿਆ। ਉਹਨਾਂ ਨੇ ਆਪਣੇ ਬੱਚਿਆਂ ਨੂੰ ਉੱਥੇ ਭਿੱਖੂ ਸੰਘ ਦੇ ਵਿੱਚ ਭੇਜਿਆ ਤੇ ਉਹਨਾਂ ਤੋਂ ਹੀ ਗਾਂ ਤੋਂ ਗਾਂ ਜਿਹੜਾ ਸਾਰਾ ਬੁੱਧ ਧਰਮ ਦਾ ਪ੍ਰਸਾਰ ਜਿਹੜਾ ਹੋਇਆ, ਤੇ ਇਹ ਉਹਨਾਂ ਦੀ ਬਹੁਤ ਵੱਡੀ ਦੇਣ ਹੈ ਸਾਡੇ ਧੰਮ ਬੁੱਧ ਦੇ ਧਰਮ ਪ੍ਰਤੀ ਮਹਾਰਾਜ ਅਸ਼ੋਕ ਦੀ ਬਹੁਤ ਬੜਾ ਤੁਸੀਂ ਜਾਣਕਾਰੀ ਆਪਣੇ ਉਪਾਸਕਾਂ ਨੂੰ ਦਿੱਤੀ, ਦਰਸ਼ਕਾਂ ਨੂੰ ਲੋਟਸ ਟੀਵੀ ਦੇ। ਸੁਮਨ ਜੀ, ਜਿਸ ਤਰ੍ਹਾਂ ਦੇ ਰੇਖਾ ਜੀ ਨੇ ਹੁਣੇ ਹੀ ਸ਼੍ਰੀਲੰਕਾ ਦੀ ਗੱਲ ਕੀਤੀ ਹੈ, ਮਹਾਰਾਜਾ ਅਸ਼ੋਕ ਨੇ ਆਪਣੇ ਬੇਟੇ ਮਹਿੰਦਰ ਔਰ ਬੇਟੀ ਸੰਘਮਿੱਤਰਾ ਨੂੰ ਭਿਕਸ਼ੂ ਭਿਕਸ਼ੁਣੀ ਬਣਾ ਕੇ ਭੇਜਿਆ। ਤੁਸੀਂ ਪਿਛਲੇ ਹਫਤੇ ਹੀ ਸ਼੍ਰੀਲੰਕਾ ਭਾਰਤ ਦੇ ਦੌਰੇ ਤੋਂ ਆਏ ਹੈਗੇ ਹੈ, ਤਾਂ ਤੁਸੀਂ ਉੱਥੇ ਜਾ ਕੇ ਸ਼੍ਰੀਲੰਕਾ ਜਾ ਕੇ ਆਪਣੇ ਜੋ ਵਿਚਾਰ ਤੁਹਾਡੇ ਆਏ, ਜੋ ਦੇਖਿਆ ਭਾਰਤ ਦੇ ਵਿੱਚ ਬੁੱਧਿਜ਼ਮ ਜੋ ਭਾਰਤ ਦੇ ਵਿੱਚ ਹੈ ਜਾਂ ਉਹ ਸ਼੍ਰੀਲੰਕਾ ਦੇ ਵਿੱਚ ਹੈ, ਉਹਦੇ ਵਿੱਚ ਕੀ ਸਿਮਿਲੈਰਿਟੀ ਜਾਂ ਕੀ ਸਪੈਸ਼ਲ ਡਿਫਰੈਂਸ ਕੀ ਆਬਜ਼ਰਵ ਕੀਤਾ? ਜਿਸ ਤਰ੍ਹਾਂ ਮੈਂ ਬੇਦੀ ਸਾਹਿਬ ਲਾਸਟ ਸੰਡੇ ਵੀ ਮਤਲਬ ਦੇ ਜਿਹੜਾ ਪਿਛਲੇ ਸੰਡੇ ਮੈਂ ਝੱਲੀ ਸਾਹਿਬ ਦੇ ਨਾਲ ਵੀ ਗੱਲ ਕੀਤੀ ਸੀ, ਤੇ ਉਹ ਗੱਲ ਹੈ ਕਿ ਜਦੋਂ ਮਤਲਬ ਜਿੱਦਾਂ ਰੇਖਾ ਜੀ ਹੁਣੇ ਬਹੁਤ ਸੋਹਣੇ ਤਰੀਕੇ ਦੇ ਨਾਲ ਅਸ਼ੋਕਾ ਜੀ ਬਾਰੇ ਦੱਸਿਆ, ਅਸ਼ੋਕਾ ਦੀ ਗ੍ਰੇਟ, ਜਿੱਦਾਂ ਕਿ ਉਹਨੂੰ ਗੋਲਡਨ ਏਜ ਆਫ ਇੰਡੀਆ ਕਿਹਾ ਜਾਂਦਾ ਕਿ ਉਹ ਇਸ ਤਰ੍ਹਾਂ ਦਾ ਧੰਮ ਔਰ ਇਸ ਤਰ੍ਹਾਂ ਰਾਜ ਪ੍ਰਬੰਧ ਜੋ ਹੈ, ਐਕਚੁਅਲੀ ਜੋ ਤਥਾਗਤ ਬੁੱਧ ਦਾ ਜੋ ਧੰਮ ਹੈ, ਐਕਚੁਅਲੀ ਉੱਥੋਂ ਹੀ ਇਹ ਜੋ ਡੈਮੋਕ੍ਰੈਟਿਕ ਲੋਕਤੰਤਰ ਜੋ ਹੈ ਸੰਘ, ਇਹ ਉੱਥੋਂ ਉਹਨਾਂ ਤੋਂ ਚੱਲਿਆ ਅਤੇ ਉਹਨਾਂ ਦੇ ਸਮਝ ਆਈ। ਤਾਂ ਜਦੋਂ ਜਿੱਦਾਂ ਇਹਨਾਂ ਨੇ ਦੱਸਿਆ ਕਿ ਵੀ ਉਹਨਾਂ ਨੇ ਆਪਣੇ ਪੁੱਤਰ ਮਹਿੰਦਰ ਅਤੇ ਪੁੱਤਰੀ ਸੰਘਮਿੱਤਰਾ ਨੂੰ ਸ਼੍ਰੀਲੰਕਾ ਨੂੰ ਭੇਜਿਆ, ਤਾਂ ਦੇਖੋ ਕਿੰਨੇ ਉੱਥੇ ਜਦੋਂ ਮੇਰੀ ਤਮੰਨਾ ਸੀ ਮੈਂ ਉੱਥੇ ਜਾਣ ਦੀ, ਜਦੋਂ ਮੈਂ ਉੱਥੇ ਗਿਆ ਤਾਂ ਜਦੋਂ ਮੈਂ ਮਤਲਬ ਏਅਰਪੋਰਟ 'ਤੇ ਉਤਰਿਆ ਹੀ ਆ ਨਾ, ਅਤੇ ਜਦੋਂ ਤੁਸੀਂ ਜਾਣਦੇ ਆ ਕਿ ਤਥਾਗਤ ਭਗਵਾਨ ਬੁੱਧ ਬੜਾ ਸੋਹਣਾ ਬਿਊਟੀਫੁਲ ਉਹਨਾਂ ਦੀ ਪ੍ਰਤਿਮਾ ਸਟੈਚੂ ਉਹਨਾਂ ਨੂੰ ਜਾਂਦਿਆਂ ਮੈਂ ਪ੍ਰਣਾਮ ਕੀਤਾ ਏਅਰਪੋਰਟ ਦੇ ਬਾਹਰ, ਏਅਰਪੋਰਟ ਦੇ ਨਾਲ ਵਿੱਚ ਹੀ ਮਤਲਬ ਤੁਸੀਂ ਮਤਲਬ ਜਦੋਂ ਬਾਹਰ ਆਉਂਦੇ ਆ ਨਾ, ਅਤੇ ਉਹ ਕਿੰਨੇ ਮਤਲਬ ਦਿਲ ਦੇ ਵਿੱਚ ਇੰਨੀ ਮਤਲਬ ਖੁਸ਼ੀ ਹੁੰਦੀ ਹੈ ਕਿ ਦੇਖੋ ਇੱਕ ਮਤਲਬ ਜਿੱਦਾਂ ਮੈਂ ਕਹਿੰਦਾ ਸੀਗਾ ਕਿ ਝੱਲੀ ਸਾਹਿਬ ਉਹਨਾਂ ਨਾਲ ਗੱਲ ਮੇਰੀ ਚੱਲਦੀ ਸੀ ਸੰਡੇ ਕਿ ਕੋਟੀ ਕੋਟੀ ਪ੍ਰਣਾਮ ਹੈ ਸਮਰਾਟ ਮਹਾਰਾਜਾ ਸਮਰਾਟ ਅਸ਼ੋਕ ਨੂੰ, ਇਕੱਲਾ ਆਪ ਹੀ ਨਹੀਂ, ਚੰਗੀ ਗੱਲ ਜਿਹੜੀ ਆ ਆਪਣੇ ਗੁਆਂਢੀ ਨੂੰ ਵੀ ਦੱਸੋ, ਅਤੇ ਉਹਨਾਂ ਨੇ ਕਿੰਨਾ ਸੋਹਣਾ ਲਿਆ ਕਿ ਜੇ ਮੇਰੇ ਕੋਲ ਮੈਂ ਇੱਕ ਭਾਰਤ ਦੇ ਵਿੱਚ ਸ਼ਾਂਤੀ ਸਥਾਪਿਤ ਕਰ ਦਿੱਤੀ ਆ, ਇਹ ਸ਼ਾਂਤੀ ਦਾ ਮੈਸੇਜ ਮੈਂ ਸ਼੍ਰੀਲੰਕਾ ਕਿਉਂ ਨਾ ਭੇਜਾਂ। ਤਾਂ ਉੱਥੇ ਫਿਰ ਉਹਨਾਂ ਨੇ ਜੋ ਬੋਧੀ ਟਰੀ ਜੋ ਸੀਗਾ ਉਹਦੀ ਟਾਹਣੀ ਲੈ ਕੇ ਗਏ, ਅਤੇ ਉਹਦੀ ਮੇਰੀ ਤਮੰਨਾ ਸੀ ਕਿ ਉੱਥੇ ਦੇਖਣ ਦੀ, ਅਤੇ ਉਹ ਦੇਖ ਕੇ ਬੜਾ ਮਤਲਬ ਮਨ ਖੁਸ਼ ਹੋਇਆ। ਬੋਧੀ ਟਰੀ ਤੋਂ ਤੁਹਾਡਾ ਭਾਵ ਜਿਸ ਬੋਧੀ ਟਰੀ ਦੇ ਅੰਦਰ ਤਥਾਗਤ ਭਗਵਾਨ ਬੁੱਧ ਐਨਲਾਈਟਨ ਹੋਏ ਸੀ, ਉਹਦਾ ਨਾਂ ਹੀ ਮਤਲਬ ਉਹਨਾਂ ਨੇ ਬੋਧੀ ਟਰੀ ਕਰਤਾ ਕਿਉਂਕਿ ਉਹਨਾਂ ਨੂੰ ਬੁੱਧਤਾ ਪ੍ਰਾਪਤ ਹੋਈ ਸੀਗੀ। ਤਾਂ ਉਹ ਜੇ ਦੇਖ ਕੇ ਮਿਸਿਸ ਸੁਮਨ ਨਾਲ ਸੀ, ਪੰਤੇ ਧੰਮਨਾਗ ਜੀ ਸੀਗੇ, ਤਾਂ ਜਿਹੜੀ ਗੱਲ ਮੈਨੂੰ ਉੱਥੇ ਦੇਖੀ ਹੈ ਕਿ ਦੇਖੋ ਜਦੋਂ ਧੰਮ ਦੇ ਵਿੱਚ ਲੋਕ ਆ ਜਾਂਦੇ ਆ ਅਤੇ ਉਹਨਾਂ ਦਾ ਸਾਰਾ ਸਿਸਟਮ ਬਦਲ ਜਾਂਦਾ। ਉਹ ਲੋਕਾਂ ਦੇ ਵਿੱਚ ਕਿੰਨੀ ਪ੍ਰੇਮ ਭਾਵਨਾ, ਉਹਨਾਂ ਨੇ ਐਨਵਾਇਰਮੈਂਟ ਨੂੰ ਇੰਨਾ ਕਲੀਨ ਰੱਖਿਆ ਆ। ਅਸੀਂ ਮਤਲਬ ਸਾਰੇ ਵਿਜ਼ਿਟ ਕੀਤੀ ਤਾਂ ਇੰਨਾ ਸੋਹਣਾ ਐਨਵਾਇਰਮੈਂਟ, ਕਿਉਂਕਿ ਤਥਾਗਤ ਬੁੱਧ ਕਹਿੰਦੇ ਆ ਕਿ ਤੁਹਾਡੇ ਜੀਵਨ 'ਤੇ ਤੁਹਾਡਾ ਐਨਵਾਇਰਮੈਂਟ ਵੀ ਅਸਰ ਕਰਦਾ, ਅਤੇ ਜੇ ਤੁਹਾਡਾ ਐਨਵਾਇਰਮੈਂਟ ਵਧੀਆ ਹੈ ਤਾਂ ਤੁਹਾਡਾ ਜੀਵਨ ਵੀ ਵਧੀਆ ਹੁੰਦਾ। ਅਤੇ ਉਹਨਾਂ ਨੇ ਇਸ ਤਰੀਕੇ ਦੇ ਨਾਲ ਉਹ ਲੋਕਾਂ ਦੇ ਵਿੱਚ ਭਾਵਨਾ, ਲੋਕਾਂ ਦੇ ਵਿੱਚ ਪਿਆਰ, ਅਤੇ ਜਿਸ ਤਰ੍ਹਾਂ ਕਿ ਉਹਨਾਂ ਦੀ ਮਤਲਬ ਜਦੋਂ ਤੁਸੀਂ ਉਹਨਾਂ ਨੂੰ ਮਿਲਦੇ ਆ ਉਹਨਾਂ ਦੀ ਸਮਾਈਲ, ਕਿ ਉਹ ਬੁੱਧ ਦਾ ਹੀ ਉਹਨਾਂ ਦੇ ਧੰਮ ਦਾ ਅਸਰ ਹੈ। ਅਤੇ ਇਸ ਕਰਕੇ ਕਿਉਂਕਿ ਜਿੱਦਾਂ ਅਸ਼ੋਕਾ ਜੀ ਨੇ ਸੋਚਿਆ ਕਿ ਇਹ ਜਿਹੜਾ ਜੋ ਬੁੱਧ ਧੰਮ ਹੈ ਮੈਂ ਇਹਨੂੰ ਦੂਸਰੇ ਦੇਸ਼ਾਂ ਵਿੱਚ ਵੀ ਫੈਲਾਵਾਂ। ਇਹ ਜਿਹੜੀ ਰਾਜਦੂਤ ਉਹਨਾਂ ਨੇ ਭੇਜੇ, ਪਹਿਲੇ ਧੰਮ ਰਾਜਦੂਤ, ਇਹ ਧੰਮ ਰਾਜਦੂਤ ਹੋਰ ਮੁਲਕਾਂ ਦੇ ਵਿੱਚ ਵੀ ਭੇਜੇ। ਅੱਜ ਅਗਰ ਰਾਜਦੂਤ ਜਿਹਨੂੰ ਆਪਾਂ ਹਾਈ ਕਮਿਸ਼ਨਰ ਕਹਿੰਦੇ ਆ, ਇਹ ਐਕਚੁਅਲੀ ਸਟਾਰਟਿੰਗ ਆਪਣੇ ਅਸ਼ੋਕਾ ਦੀ ਦੇਣ ਆ। ਅਤੇ ਉਹਨਾਂ ਨੇ ਅਤੇ ਸ਼੍ਰੀਲੰਕਾ ਨੂੰ ਦੇਖਣ ਦੇ ਜਦੋਂ ਮੈਂ ਇੱਥੇ ਗੱਲ ਜ਼ਰੂਰ ਦੱਸੂੰਗਾ, ਈਵਨ ਜਦੋਂ ਸੁਨਾਮੀ ਆਈ ਉਹ ਲੋਕਾਂ ਦੇ ਵਿੱਚ ਦੇਖੋ ਇੰਨੀ ਸਮਤਾ ਸੀ, ਜਿੱਦਾਂ ਆਪਾਂ ਚਾਰ ਬ੍ਰਹਮ ਦੀ ਗੱਲ ਕਰਦੇ ਹਾਂ, ਉਪੇਖਾ, ਬੈਲੈਂਸ ਆਫ ਮਾਈਂਡ, ਕਿ ਇਹ ਜਿਹੜਾ ਨੈਚੁਰਲ ਆ ਇਹ ਹੋਣਾ ਸੀ। ਲੇਕਿਨ ਉਹਨਾਂ ਦੀ ਸਮਾਈਲ, ਦੇ ਡਿਡਨਟ ਲੂਜ਼ ਦੇਅਰ ਸਮਾਈਲ ਜੀ। ਅਤੇ ਇਹਨੂੰ ਕਹਿ ਸਕਦੇ ਹਾਂ ਕਿ ਉਹ ਤਥਾਗਤ ਬੁੱਧ ਦਾ ਜੋ ਧੰਮ ਆ ਉਹਦਾ ਅਸਰ ਹੈ ਉਹਨਾਂ 'ਤੇ। ਇਸੇ ਤਰ੍ਹਾਂ ਅਸੀਂ ਚਾਹੁੰਦੇ ਹਾਂ ਕਿ ਭਾਰਤ ਦੇ ਵਿੱਚ ਵੀ ਇਸੇ ਤਰ੍ਹਾਂ ਮਤਲਬ ਜੋ ਬੁੱਧ ਦਾ ਜੋ ਧੰਮ ਆ ਉਹ ਘਰ ਘਰ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਉਹਨੂੰ ਅਪਣਾ ਕੇ ਉਸੇ ਤਰ੍ਹਾਂ ਆਪਾਂ ਵੀ ਖੁਸ਼ ਹੋਈਏ। ਖੁਸ਼ਹਾਲ ਦੇਸ਼ ਬਣ ਸਕਦਾ ਕਿ ਜੇ ਅਸੀਂ ਬਾਬਾ ਸਾਹਿਬ ਦੀ ਫਿਲਾਸਫੀ, ਉਹ ਤਥਾਗਤ ਬੁੱਧ ਦਾ ਜਿਹੜਾ ਧੰਮ ਆ
ਉਹਨੂੰ ਅਸੀਂ ਆਪਣੇ ਭਾਰਤ ਦੇ ਵਿੱਚ ਅਪਣਾਈਏ। ਥੈਂਕ ਯੂ। ਹਾਂਜੀ, ਹੁਣ ਅਸੀਂ ਪਿਆਰੇ ਦਰਸ਼ਕੋ ਸਾਡਾ ਬ੍ਰੇਕ ਦਾ ਟਾਈਮ ਹੋ ਰਿਹਾ, ਤਾਂ ਜਲਦੀ ਹੀ ਅਸੀਂ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਫਿਰ ਮੁਲਾਕਾਤ ਕਰਾਂਗੇ। ਤਾਂ 2-3 ਮਿੰਟ ਲਈ ਤੁਸੀਂ ਵੀ ਰੈਸਟ ਕਰ ਲਓ, ਥੋੜ੍ਹੀ ਅਸੀਂ ਵੀ ਰੈਸਟ ਕਰ ਲਈਏ। ਸੀ ਯੂ ਆਫਟਰ ਦਾ ਬ੍ਰੇਕ। ਥੈਂਕਸ। ਨਮੋ ਬੁੱਧਾ, ਜੈ ਭੀਮ। ਪਿਆਰੇ ਦਰਸ਼ਕੋ, ਇੱਕ ਵਾਰੀ ਫੇਰ ਬ੍ਰੇਕ ਤੋਂ ਬਾਅਦ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ। ਸਾਰਿਆਂ ਨੂੰ ਇੱਕ ਵਾਰੀ ਫੇਰ ਨਮੋ ਬੁੱਧਾ, ਜੈ ਭੀਮ। ਅੱਜ ਤੁਸੀਂ ਸਾਡਾ 3rd ਵੀਕ ਦੇ ਵਿੱਚ ਲੋਟਸ ਟੀਵੀ ਪ੍ਰੋਗਰਾਮ ਦੇਖ ਰਹੇ ਹੋ। ਸਾਡੇ ਨਾਲ ਸਾਡੇ ਅੱਜ ਦੇ ਪੈਨਲਿਸਟ ਦੇਵ ਸੁਮਨ ਜੀ ਔਰ ਰੇਖਾ ਪਾਲ ਜੀ ਮੇਰੇ ਨਾਲ ਸ਼ਾਮਿਲ ਹੈਗੇ ਆ। ਇੱਕ ਦੋ ਅਨਾਉਂਸਮੈਂਟਸ ਮੈਂ ਕਰਦਾ ਜਾਵਾਂ। ਜਿਸ ਤਰ੍ਹਾਂ ਕਿ 14 ਅਪ੍ਰੈਲ ਦਾ ਪ੍ਰੋਗਰਾਮ ਆ ਰਿਹਾ। 14 ਅਪ੍ਰੈਲ ਦਾ ਪ੍ਰੋਗਰਾਮ ਬਾਬਾ ਸਾਹਿਬ ਦਾ 125ਵਾਂ ਜੋ ਜਨਮ ਦਿਨ ਹੈ, ਸਾਰੀ ਦੁਨੀਆ 'ਤੇ ਐਤਕੀ ਸਪੈਸ਼ਲ ਤੌਰ 'ਤੇ ਮਨਾਇਆ ਜਾ ਰਿਹਾ ਹੈਗਾ ਗਵਰਨਮੈਂਟ ਆਫ ਇੰਡੀਆ ਵੱਲੋਂ ਵੀ। ਤਾਂ ਇਸ ਦੇ ਸੰਦਰਭ ਦੇ ਵਿੱਚ ਜਿੰਨੀਆਂ ਵੀ ਗਵਰਨਮੈਂਟ ਆਫ ਇੰਡੀਆ ਦੀ ਐਮਬੈਸੀਜ਼ ਹੈਗੀਆਂ ਸਾਰੇ ਕੰਟਰੀਜ਼, ਉਹ ਵੀ 14 ਅਪ੍ਰੈਲ ਨੂੰ ਮਨਾ ਰਹੇ ਹੈਗੀਆਂ। ਇਸੇ ਤਰ੍ਹਾਂ ਹਾਈ ਕਮਿਸ਼ਨ ਆਫ ਇੰਡੀਆ, ਜਿਹੜਾ ਕੌਂਸਲੇਟ ਜਨਰਲ ਆਫ ਇੰਡੀਆ ਬਰਮਿੰਘਮ ਵੱਲੋਂ ਵੀ ਇਹ ਪ੍ਰੋਗਰਾਮ 14 ਅਪ੍ਰੈਲ ਨੂੰ ਮਨਾਇਆ ਜਾ ਰਿਹਾ ਸੈਂਡਵਿਲ ਕੌਂਸਲ ਹਾਲ ਦੇ ਵਿੱਚ। ਤਾਂ ਸ਼ਾਮ ਨੂੰ 5 ਵਜੇ ਉੱਥੇ ਪ੍ਰੋਗਰਾਮ ਹੈ। ਤਾਂ ਸਾਰਿਆਂ ਨੂੰ ਉਮੀਦ ਹੈ ਵੀ ਬੇਨਤੀ ਹੈ ਕਿ ਉੱਥੇ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਵੋ। ਇਸੇ ਤਰ੍ਹਾਂ ਹਾਈ ਕਮਿਸ਼ਨ ਆਫ ਇੰਡੀਆ ਲੰਡਨ ਵੀ ਮਨਾ ਰਿਹਾ ਹੈਗਾ। ਤਾਂ 13 ਅਪ੍ਰੈਲ ਨੂੰ, ਕਿਉਂਕਿ ਬਹੁਤ ਇੰਪੋਰਟੈਂਟ ਡੇ ਹੈਗਾ, ਐਤਕੀ ਫਸਟ ਟਾਈਮ ਇਨ ਦਾ ਹਿਸਟਰੀ ਬਾਬਾ ਸਾਹਿਬ ਦਾ ਜੋ 125ਵਾਂ ਜਨਮ ਦਿਨ ਹੈਗਾ UNO ਵੱਲੋਂ ਨਿਊਯਾਰਕ ਦੇ ਵਿੱਚ ਮਨਾਇਆ ਜਾ ਰਿਹਾ ਹੈ 13 ਅਪ੍ਰੈਲ ਨੂੰ। ਉਹ UNO ਦੇ ਪ੍ਰੋਗਰਾਮ ਦੇ ਵਿੱਚ ਬੁੱਧਿਸਟ ਇੰਟਰਨੈਸ਼ਨਲ ਮੀਡੀਆ ਨੂੰ ਵੀ ਇਨਵੀਟੇਸ਼ਨ ਆਈ ਹੈ। ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਮੀਡੀਆ ਵੱਲ, ਆਪਣੇ ਬੁੱਧਿਸਟ ਇੰਟਰਨੈਸ਼ਨਲ ਮੀਡੀਆ ਵੱਲੋਂ, ਮੈਂ ਅਗਰ ਚਾਂਸ ਬਣਿਆ ਤਾਂ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈਗਾ, ਮੀਡੀਆ ਵੱਲੋਂ ਰਿਪਰੈਜ਼ੈਂਟ ਕਰਾਂਗੇ। ਤਾਂ ਉਸ ਦਿਨ ਸ਼ਾਮ ਨੂੰ 13 ਅਪ੍ਰੈਲ ਨੂੰ ਬੇਗਮਪੁਰਾ ਕਲਚਰਲ ਸੁਸਾਇਟੀ ਵੱਲੋਂ ਜਿੰਨੇ ਵੀ ਉੱਥੇ ਗੈਸਟ ਗਏ ਹੋਣਗੇ, ਸ਼ਾਮ ਨੂੰ ਉਹਨਾਂ ਨੂੰ ਇੱਕ ਬਹੁਤ ਵੱਡੀ ਰਿਸੈਪਸ਼ਨ ਦਿੱਤੀ ਜਾ ਰਹੀ ਹੈਗੀ ਆ ਬੇਗਮਪੁਰਾ ਕਲਚਰਲ ਸੁਸਾਇਟੀ ਨਿਊਯਾਰਕ ਵੱਲੋਂ। ਤਾਂ ਉਸ ਪ੍ਰੋਗਰਾਮ ਦੇ ਵਿੱਚ ਕਲਪਨਾ ਸਰੋਜ ਜੀ, ਪਦਮ ਸ਼੍ਰੀ ਜੋ ਭੈਣ ਜੀ ਮਹਾਰਾਸ਼ਟਰ ਤੋਂ ਹੈਗੇ ਆ, ਪਦਮ ਸ਼੍ਰੀ ਕਲਪਨਾ ਸਰੋਜ ਜੀ ਆ ਰਹੇ ਹੈਗੇ ਸਪੈਸ਼ਲੀ। ਹੋਰ ਵੀ ਕਾਫੀ VIPs ਪਹੁੰਚ ਰਹੇ ਹੈਗੇ ਉੱਥੇ। ਤਾਂ ਕੋਸ਼ਿਸ਼ ਹੋ ਰਹੀ ਹੈ ਵੀ ਮੈਂ ਵੀ ਉੱਥੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਵਾਂ। ਸੋ ਅੱਜ ਦਾ ਆਪਣੇ ਗੈਸਟ ਵੱਲ ਆਨੇ ਹੈਗੇ ਆ। ਰੇਖਾ ਜੀ, ਤੁਸੀਂ ਬ੍ਰੇਕ ਤੋਂ ਪਹਿਲਾਂ ਮਹਾਰਾਜਾ ਅਸ਼ੋਕ ਦੀ ਗ੍ਰੇਟ ਬਾਰੇ ਦੱਸਿਆ, ਕਿਸ ਤਰ੍ਹਾਂ ਉਹਨਾਂ ਨੇ ਆਪਣੇ ਰਾਜ ਸ਼ਾਸਨ ਨੂੰ, ਰਾਜਤੰਤਰ ਨੂੰ ਇੱਕ ਬੁੱਧਿਸਟ ਪ੍ਰਿੰਸੀਪਲ ਦੇ ਬਿਹਾਫ 'ਤੇ ਚਲਾਇਆ, ਕੋਸ਼ਿਸ਼ ਕੀਤੀ, ਕਾਮਯਾਬੀ ਹੋਏ। ਉਸ ਟਾਈਮ ਭਾਰਤ ਦਾ ਇੱਕ ਜੋ ਇਤਿਹਾਸ ਹੈਗਾ, ਇੱਕ ਗੋਲਡਨ ਇਤਿਹਾਸ ਮੰਨਿਆ ਜਾਂਦਾ ਹੈ, ਗੋਲਡਨ ਹਿਸਟਰੀ ਉਸ ਟਾਈਮ ਨੂੰ ਕਿਹਾ ਜਾਂਦਾ ਹੈਗਾ। ਇਸ ਤੋਂ ਇਲਾਵਾ ਹੋਰ ਵੀ ਕਈ ਐਸੇ ਇਨਸਾਨ ਹੋਏ ਆ ਜੋ ਭਗਵਾਨ ਬੁੱਧ ਦੇ ਧੰਮ ਦੇ ਵਿੱਚ ਆਏ, ਉਹਨਾਂ ਦੇ ਕੰਟੈਕਟ ਵਿੱਚ ਆਏ ਅਤੇ ਇੱਕਦਮ ਚੇਂਜ ਹੋ ਗਏ। ਇੰਨੀ ਭਗਵਾਨ ਬੁੱਧ ਦੀ ਮੈਤਰੀ, ਕਰੁਣਾ ਦੀ ਸ਼ਕਤੀ, ਇਹਨਾਂ ਅਨੁਕੰਪਾ ਇੰਨੀ ਆ ਬਈ ਬੜੇ ਖੁੰਖਾਰ ਜਿਹੜੇ ਇਨਸਾਨ ਹੈਗੇ ਉਹ ਵੀ ਇੱਕਦਮ ਚੇਂਜ ਹੋ ਗਏ। ਸਾਡੇ ਮੋਰੇ ਐਗਜ਼ਾਮਪਲ ਹੈਗਾ ਅੰਗੁਲੀਮਾਲ ਉਹਨਾਂ ਦੀ। ਅੰਗੁਲੀਮਾਲ ਜੀ ਇੱਕ ਡਾਕੂ ਹੁੰਦੇ ਸੀ ਆਪਣੇ ਟਾਈਮ ਦੇ ਵਿੱਚ, ਜਿਨ੍ਹਾਂ ਨੇ 999 ਕਹਿੰਦੇ ਹੈਗੇ ਕਤਲ ਕਰਕੇ, ਉਹ ਇੱਕ ਕਤਲ ਕਰਦੇ ਸੀ ਆਦਮੀ ਦਾ, ਇਨਸਾਨ ਦਾ। ਉਹਦੀ ਇੱਕ ਉਂਗਲੀ ਆਪਣੇ ਗਲ 'ਚ ਪਾ ਲਏ, ਉਹਨਾਂ ਦਾ ਨਾਂ ਉਂਗਲੀਮਾਲ ਬਣਿਆ ਸੀ। ਪਰ ਜਦੋਂ ਉਹੀ ਉਂਗਲੀਮਾਲ ਭਗਵਾਨ ਬੁੱਧ ਦੇ ਕੰਟੈਕਟ 'ਚ ਆਏ ਤਾਂ ਭਗਵਾਨ ਬੁੱਧ ਨੂੰ ਵੀ ਮਾਰਨ ਉਹ ਜਾ ਰਹੇ ਸੀਗੇ। ਤਾਂ ਭਗਵਾਨ ਬੁੱਧ ਨੂੰ ਕਹਿ ਰਹੇ ਉਹ ਵੀ ਮੈਂ ਤੈਨੂੰ ਸੰਨਿਆਸੀ ਕਹਿ ਰਿਹਾ ਰੁਕ ਜਾ, ਤਾਂ ਤੁਸੀਂ ਰੁਕ ਨਹੀਂ ਰਹੇ, ਤਾਂ ਤੈਨੂੰ ਡਰ ਨਹੀਂ ਲੱਗਦਾ ਮੇਰਾ, ਇੰਨੀ ਦੁਨੀਆ ਮੇਰੇ ਨਾਂ ਤੋਂ ਕੰਬਦੀ ਹੈਗੀ। ਭਗਵਾਨ ਬੁੱਧ ਉੱਥੇ ਖੜੇ ਹੋਏ, ਰੁਕੇ। ਉਹਨਾਂ ਨੇ ਕਿਹਾ ਅੰਗੁਲੀਮਾਲ ਨੂੰ ਬਈ ਮੈਂ ਤਾਂ ਰੁਕਿਆ ਆ, ਤੂੰ ਕਦੋਂ ਰੁਕੂੰਗਾ। ਇੰਨੀ ਗੱਲ ਕਹਿਣ ਨਾਲ ਅੰਗੁਲੀਮਾਲ ਦੇ ਸਰੀਰ ਦੇ ਵਿੱਚ ਐਸੀ ਅਨੁਕੰਪਾ ਦੀ ਭਾਵਨਾ ਆਈ। ਉਹਨਾਂ ਬਾਰੇ ਦੱਸੋਗੇ ਭਗਵਾਨ ਬੁੱਧ ਕੋਲ ਕਿਹੜੀ ਐਸੀ ਚੀਜ਼ ਸੀ, ਕਿਹੜੀ ਐਸੀ ਅਨੁਕੰਪਾ, ਇੱਦਾਂ ਦੇ ਜਿਹੜੇ ਖੁੰਖਾਰ ਇਨਸਾਨ ਸੀਗੇ ਉਹ ਕਨਵਰਟ ਹੋ ਗਏ। ਇਹ ਤੁਹਾਡੀ ਗੱਲ ਬਿਲਕੁਲ ਹੀ ਬਹੁਤ ਹੀ ਮਹੱਤਵਪੂਰਨ ਹੈ ਕਿ ਉਹਨਾਂ ਦੀ ਜਿਹੜੀ ਬੁੱਧ ਬਾਣੀ ਤੋਂ ਸਾਡੇ ਸਮਰਾਟ ਤਾਂ ਚੇਂਜ ਹੋਏ, ਪਰ ਇਸ ਤਰ੍ਹਾਂ ਦੇ ਜਿਹੜੇ ਗੰਕਾਰ, ਜਿਹਨਾਂ ਦਾ ਕੋਈ ਨਿਯਮ ਜਿਹੜਾ ਸੀ ਧਰਮ ਦੇ ਨਾਲ ਜਾਂ ਸਮਾਜ ਦੇ ਨਾਲ ਕੋਈ ਸੀਗਾ ਹੀ ਨਹੀਂ, ਉਹ ਸਿਰਫ ਅਤਿਆਚਾਰ ਹੀ ਕਰਨਾ ਜਾਣਦਾ ਸੀ ਉਂਗਲੀਮਾਰ। ਉਹਨੂੰ ਸਿਰਫ ਇਸ ਤੋਂ ਇਲਾਵਾ ਹੋਰ ਕੁਛ ਸੀਗਾ ਨਹੀਂ। ਪਰ ਉਂਗਲੀਮਾਰ ਜਿਸ ਤਰ੍ਹਾਂ ਲੋਕਾਂ ਨੂੰ, ਉਹ ਇੱਕ ਇੰਨਾ ਭਿਆਨਕ ਰੂਪ ਉਹਦਾ ਲੋਕਾਂ ਦੇ ਸਾਹਮਣੇ ਸੀ ਕਿ ਲੋਕ ਉਂਗਲੀਮਾਰ ਦਾ ਨਾਂ ਸੁਣ ਕੇ ਬੱਚੇ ਤਾਂ ਕੰਬਦੇ ਸੀ ਕਿ ਉਹਦਾ ਕੰਮ ਹੀ ਹੈ ਮਾਰਨਾ ਤੇ ਕਤਲੇਆਮ ਕਰਨਾ। ਇੱਕ ਦਿਨ ਇਸ ਤਰ੍ਹਾਂ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਭਗਵਾਨ ਬੁੱਧ ਵੀ ਜਾ ਰਹੇ ਸਨ ਤੇ ਉਂਗਲੀਮਾਰ ਉਹਨਾਂ ਨੂੰ ਵੀ ਰੋਕਦਾ ਹੈਗਾ, ਕਹਿੰਦਾ ਕਿ ਤੂੰ ਰੁਕ ਜਾ। ਤੇ ਭਗਵਾਨ ਬੁੱਧ ਉਹ ਕਹਿੰਦੇ ਆ ਵੀ ਮੈਂ ਤਾਂ ਰੁਕ ਗਿਆ ਹਾਂ, ਪਰ ਤੂੰ ਕਦੋਂ ਨੂੰ ਰੁਕੇਗਾ।
ਉਹਨਾਂ ਦੇ ਭਗਵਾਨ ਜਿਹੜੇ ਤਥਾਗਤ ਬੁੱਧ ਸੀ, ਉਹਨਾਂ ਦੀ ਬਾਣੀ ਤੋਂ ਜਦੋਂ ਇਹ ਲਫ਼ਜ਼ ਨਿਕਲੇ ਤਾਂ ਉਂਗਲੀ ਮਾਰ ਨੂੰ ਤੁਸੀਂ ਬਲੀਵ ਕਰੋ ਕਿ ਉਹ ਇਸ ਤਰ੍ਹਾਂ ਉਹਨਾਂ ਦੀ ਬਾਣੀ ਉਹਨਾਂ ਨੂੰ ਪ੍ਰਭਾਵਿਤ ਕੀਤੀ ਤੇ ਉਂਗਲੀ ਮਾਰ ਸੋਚਣ ਤੇ ਮਜਬੂਰ ਹੋ ਗਿਆ। ਸੋਚਣ ਤੇ ਮਜਬੂਰ ਹੋਇਆ ਕਿ ਇਹ ਸਾਧੂ ਇਹ ਜੋ ਕਹਿ ਰਿਹਾ ਹੈ ਕਿ ਉਹ ਮੈਨੂੰ ਸਮਝ ਆਉਣ ਲੱਗਿਆ, ਕਿੱਦਾਂ ਸਮਝਾਂ ਇਹਨੂੰ ਮੈਂ। ਤੇ ਉਹ ਸਮਝਿਆ ਕਿ ਹਾਂ ਇਹਨਾਂ ਦੀ ਗੱਲ ਹੁਣ ਮੈਂ ਸਮਝ ਆਈ। ਤਾਂ ਉਹ ਉਹਨਾਂ ਦੇ ਜਦੋਂ ਉਸਦੇ ਦਿਮਾਗ ਦੇ ਵਿੱਚ ਹਚਲਾ ਮਚਲ ਮੱਚ ਗਈ ਤਾਂ ਉਹ ਬਸ ਤਥਾਗਤ ਭਗਵਾਨ ਦੇ ਪੈਰਾਂ 'ਚ ਡਿੱਗ ਪਿਆ। ਉਹਨਾਂ ਦੇ ਪੈਰਾਂ ਦੇ ਵਿੱਚ ਡਿੱਗਿਆ ਤੇ ਕਹਿੰਦਾ ਕਿ ਮੈਨੂੰ ਤੁਸੀਂ ਆਪਣੇ ਹੁਣ ਚਰਨਾਂ ਦੇ ਵਿੱਚ ਲੈ ਲਓ, ਮੈਨੂੰ ਤੁਸੀਂ ਜੋ ਸ਼ਰਨ ਲੈ ਲਓ, ਮੈਨੂੰ ਆਪਣੀ ਜੋ ਵੀ ਤੁਸੀਂ, ਮੈਂ ਹੁਣ ਤੁਹਾਡੀ ਸ਼ਰਨ 'ਚ ਹੀ ਜੋ ਕੁਛ ਵੀ ਮੈਂ ਹੈਗਾ। ਤੇ ਭਗਵਾਨ ਬੁੱਧ ਬੜੇ ਹੀ ਕਰੁਣਾ ਪ੍ਰਤੀਕ ਜਿਸ ਤਰ੍ਹਾਂ ਹੈਗੇ, ਉਹਨਾਂ ਨੇ ਉਸ ਨੂੰ ਹੱਥ ਨਾਲ ਉਠਾਇਆ, ਚੁੱਕਿਆ ਤੇ ਉਹਨਾਂ ਨੇ ਕਿਹਾ ਕਿ ਠੀਕ ਹੈ ਉਂਗਲੀ ਮਾਰ, ਜੇ ਤੂੰ ਸਾਡੀ ਸ਼ਰਨ ਦੇ ਵਿੱਚ ਆ ਤੇ ਤੈਨੂੰ ਸ਼ਰਨ ਦਿੱਤੀ। ਤੇ ਭਗਵਾਨ ਬੁੱਧ ਨੇ ਉਹਨਾਂ ਨੂੰ ਆਪਣੇ ਭਿੱਖੂ ਸੰਘ ਦੇ ਵਿੱਚ ਫਿਰ ਉਹਨਾਂ ਨੂੰ ਰਲਾਇਆ ਤੇ ਉਹਨਾਂ ਨੂੰ ਫਿਰ ਭਿੱਖੂ ਨਿਯਮ ਅਪਣਾਉਣੇ ਪਏ ਉਂਗਲੀ ਮਾਰ ਨੂੰ। ਤੇ ਭਿੱਖੂ ਨਿਗਮ, ਜਦੋਂ ਭਿੱਖੂ ਸੰਘ ਦੇ ਵਿੱਚ ਕੋਈ ਵੀ ਭਿਕਸ਼ੂ ਰਲਦਾ ਹੈ ਤੇ ਉਹ ਆਪਣੀ ਭਿੱਖਿਆ ਮੰਗਣ ਜਾਂਦੇ ਆ ਘਰਾਂ ਦੇ ਵਿੱਚ। ਆਪਣਾ ਜਿਹੜਾ ਉਹਨਾਂ ਦਾ ਭੋਜਨ ਹੈ ਉਹ ਭਿੱਖਿਆ ਮੰਗ ਕੇ ਆਪਣਾ ਉਸ ਟਾਈਮ ਯੂਜ਼ ਕਰਦੇ ਸੀਗੇ। ਤੇ ਜਦੋਂ ਵੀ ਉਂਗਲੀ ਮਾਰ ਫਿਰ ਆਪਣੇ ਭੋਜਨ ਦੇ ਲਈ, ਭੋਜਨ ਪ੍ਰਬੰਧ ਦੇ ਲਈ ਗਲੀ ਤੋਂ ਗਲੀ, ਘਰ ਤੋਂ ਘਰ ਜਦੋਂ ਜਾਂਦਾ ਸੀਗਾ ਭਿਕਸ਼ਾ ਲੈਣ ਵਾਸਤੇ, ਤਾਂ ਉਹ ਬੱਚੇ, ਉਹ ਲੋਕ ਇੰਨੀ ਉਹਨੂੰ ਨਫ਼ਰਤ ਦੀ ਨਜ਼ਰ ਨਾਲ ਪਹਿਲਾਂ ਤੋਂ ਦੇਖਦੇ ਸੀ ਕਿ ਉਹ ਉਂਗਲੀ ਮਾਰ ਦਾ ਉਹੀ ਰੂਪ ਪਹਿਲੇ ਵਾਲਾ ਦੇਖਦੇ ਸੀਗੇ ਕਿ ਇਹ ਤਾਂ ਉਹ ਵਿਅਕਤੀ ਆ ਜਿਹੜਾ ਕਿ ਇੰਨਾ ਕਰੂਅਲ, ਇੰਨਾ ਲੋਕਾਂ ਦੇ ਅਤਿਆਚਾਰ ਕਰਨ ਵਾਲਾ। ਤਾਂ ਕਿਸੇ ਨੇ ਆਪਣਾ ਗੁੱਸਾ ਕੱਢਣ ਦੇ ਲਈ ਉਹਦੇ ਇੱਟ ਮਾਰਨੀ, ਕਿਸੇ ਨੇ ਰੋੜਾ ਮਾਰਨਾ ਕਰਕੇ ਇਹ ਵਿਅਕਤੀ ਦਾ ਸੁਭਾਅ ਕਿ ਜਦੋਂ ਉਸ ਨੂੰ ਕੋਈ ਤਕਲੀਫ ਦਿੰਦਾ ਤਾਂ ਉਹ ਉਸ ਦਾ ਬਦਲਾ ਲੈਣਾ ਚਾਹੁੰਦਾ। ਪਰ ਭਗਵਾਨ ਜਿਹੜੇ ਤਥਾਗਤ ਬੁੱਧ ਨੇ ਉਹਨਾਂ ਨੇ ਆਪਣੀ ਸ਼ਰਨ ਦੇ ਵਿੱਚ ਲੈ ਲਿਆ ਸੀ। ਸਿਰਫ ਉਹ ਉਸ ਨੂੰ ਸੱਚਾਈ ਦਿਖਾਉਣਾ ਚਾਹੁੰਦੇ ਸੀਗੇ। ਤੇ ਅੰਤ ਹੌਲੇ ਹੌਲੇ ਉਂਗਲੀ ਮਾਰ ਨੇ ਫਿਰ ਆਪਣੇ ਮਨ ਨੂੰ ਸਮਝਾ ਲਿਆ ਵੀ ਇਹ ਜੋ ਅੱਜ ਮੈਨੂੰ ਇੱਟਾਂ ਪੱਥਰ ਮਾਰ ਰਹੇ ਨੇ ਲੋਕ, ਇਹ ਮੇਰੇ ਕੀਤੇ ਦਾ ਫਲ ਆ, ਮੇਰੇ ਕਰਮ ਮੇਰੇ ਸਾਹਮਣੇ ਹਨ, ਕਿਉਂਕਿ ਮੈਂ ਬੁਰੇ ਕਰਮ ਹੀ ਕੀਤੇ ਹਨ। ਮੈਂ ਸਾਰੇ ਲੋਕਾਂ ਨੂੰ ਕਸ਼ਟ ਹੀ ਦਿੱਤਾ ਹੈ, ਸਭ ਲੋਕਾਂ ਤੇ ਮੈਂ ਜੋ ਵੀ ਕੀਤੀ ਕਰੁਣਾ ਨਹੀਂ ਕੀਤੀ, ਮੈਤਰੀ ਨਹੀਂ ਕੀਤੀ, ਭਾਵਨਾ ਨਹੀਂ ਦਿਖਾਈ ਜੋ। ਤਾਂ ਇਸ ਕਰਕੇ ਫਿਰ ਉਹਨਾਂ ਨੂੰ ਇਹ ਸਮਝ ਆ ਗਈ ਸੀ। ਤੇ ਉਹਨਾਂ ਨੂੰ ਜਦੋਂ ਉਹਨਾਂ ਦੇ ਇੱਟਾਂ ਰੋੜੇ ਵੀ ਮਾਰਦੇ ਸੀ, ਇਸ ਦਾ ਦੁੱਖ ਨਹੀਂ ਸੀ ਮਹਿਸੂਸ ਹੁੰਦਾ, ਇਸ ਦੀ ਪੀੜਾ ਨਹੀਂ ਸੀ ਮਹਿਸੂਸ ਹੁੰਦੀ ਉਂਗਲੀ ਮਾਰ ਨੂੰ, ਕਿਉਂਕਿ ਉਹ ਸਮਝ ਚੁੱਕਾ ਸੀ ਕਿ ਇਹ ਉਸ ਨੂੰ ਸਹਿਣ ਕਰਨਾ ਹੀ ਪੈਣਾ ਹੈ, ਕਰਕੇ ਇਹ ਉਸ ਜਿਸ ਰਸਤੇ ਤੇ ਉਹ ਹੈ ਤੇ ਇਸ ਦੇ ਨਾਲ ਹੀ ਉਸ ਦਾ ਜਿਹੜਾ ਹੈ ਉਹ ਪਰਿਵਰਤਨ ਜਿਹੜਾ ਬਹੁਤ ਹੀ ਮਹੱਤਵਪੂਰਨ ਹੈ। ਤੇ ਅੱਜ ਆਪਣੇ ਇਤਿਹਾਸ ਦੇ ਵਿੱਚ ਉਂਗਲੀ ਮਾਰ ਨੂੰ ਇੱਕ ਪੂਜਿਆ ਜਾਂਦਾ ਹੈ, ਉਸ ਨੂੰ ਭਿੱਖੂ ਮੰਨਿਆ ਗਿਆ ਕਰਕੇ ਉਸਨੇ ਇਹ ਜਿਹੜੀ ਆਪਣੀ ਬੁੱਧ ਧੰਮ ਦੀ ਜਿਹੜੀ ਨੀ ਹੈ ਉੱਥੋਂ ਉਹਨਾਂ ਨੇ ਲਈ। ਤੇ ਪਰ ਉਹ ਗਿਵ ਅਪ ਨਹੀਂ ਹੋਏ, ਉਹ ਆਪਣੇ ਉਹਨਾਂ ਨੇ ਸਾਰਾ ਸਮਝ ਲਿਆ ਬੁੱਧ ਗਿਆਨ। ਤੇ ਇਸ ਕਰਕੇ ਅੱਜ ਉਹਨਾਂ ਨੂੰ ਉਂਗਲੀ ਮਾਰ ਡਾਕੂ ਦੀ ਥਾਂ ਉਂਗਲੀ ਮਾਰ ਭਿਕਸ਼ੂ ਦੇ ਨਾਂ ਵੀ ਮੰਨਿਆ ਜਾ ਸਕਦਾ। ਸੋ ਥੈਂਕ ਯੂ ਰੇਖਾ ਜੀ, ਬੜਾ ਡਿਟੇਲ ਤੁਸੀਂ ਇਹ ਗਾਥਾ ਬਾਰੇ ਬੰਤੇ ਉਂਗਲੀ ਮਾਲ ਬਾਰੇ ਦੱਸਿਆ। ਭਗਵਾਨ ਬੁੱਧ ਦੇ ਅਟਰੈਕਸ਼ਨ ਉਹਨਾਂ ਦੀ ਬਾਣੀ ਦੇ ਵਿੱਚ ਤਾਂ ਮੈਤਰੀ ਕਰਨਾ ਸੀ। ਉਹਨਾਂ ਦੇ ਦੱਸਦੇ ਆ ਵੀ ਸਰੀਰ ਦੇ ਵਿੱਚ ਐਸੀਆਂ ਕਿਰਨਾਂ ਸੀਗੀਆਂ, ਐਸਾ ਰੂਪ ਉਹਨਾਂ ਦਾ ਸੀਗਾ ਵੀ ਬੰਦਾ ਦੇਖ ਕੇ ਉਹ ਮੰਤਰ ਮੁਗਧ ਹੋ ਜਾਂਦਾ ਸੀਗਾ। ਇੰਨੀ ਕਰੁਣਾ, ਇੰਨੀ ਮੈਤਰੀ ਸੀ। ਕਈ ਵਾਰੀ ਪਾਸਕੋ ਦੱਸਦੇ ਹੈਗੇ ਆ ਵੀ ਬੰਤੇ ਜੀ ਸੰਘ ਜੋ ਹੈਗੇ ਆ ਵੀ ਭਗਵਾਨ ਬੁੱਧ ਦਾ ਪ੍ਰਚਾਰ ਪ੍ਰਵਚਨ ਸੁਣਨ ਆਏ ਲੋਕ ਪ੍ਰਵਚਨ ਸੁਣਦੇ ਹੀ ਅਰਹਤ ਹੋ ਗਏ, ਮੁਗਨ ਹੋ ਗਏ, ਉਹਨਾਂ ਦਾ ਕਲਿਆਣ ਹੋ ਗਿਆ। ਇੰਨੀ ਮੈਤਰੀ ਸੀ, ਇੰਨੀ ਕਰੁਣਾ ਸੀ ਭਗਵਾਨ ਬੁੱਧ ਦੇ ਵਿੱਚ। ਤਾਂ ਇਸ ਤਰ੍ਹਾਂ ਦੇ ਇਨਸਾਨਾਂ ਨੂੰ ਵੀ ਉਹ ਕਨਵਰਟ ਕਰ ਦਿੱਤਾ ਉਹਨਾਂ ਨੇ। ਤਾਂ ਉਸ ਟਾਈਮ ਦੇ ਵਿੱਚ ਹਜ਼ਾਰਾਂ ਲੱਖਾਂ ਲੋਕੀ ਭਗਵਾਨ ਬੁੱਧ ਦੀ ਸ਼ਰਨ ਆਏ। ਉਹਨਾਂ ਨੇ ਭਗਵਾਨ ਬੁੱਧ ਦੇ ਬਾਣੀ ਨੂੰ ਅਪਣਾਇਆ, ਧਰਮ ਨੂੰ ਅਪਣਾਇਆ, ਆਪਣਾ ਕਲਿਆਣ ਕੀਤਾ, ਆਪਣੇ ਪਰਿਵਾਰ ਦਾ ਕਲਿਆਣ ਕੀਤਾ। ਹਜ਼ਾਰਾਂ ਲੱਖਾਂ ਅੱਜ ਤੱਕ ਉਹਨਾਂ ਦੀ ਬਾਣੀ ਤੋਂ ਸਾਨੂੰ ਕਲਿਆਣ ਮਿਲ ਰਿਹਾ ਹੈਗਾ। ਸਾਡਾ ਜੋ ਪੀਸ ਆਫ ਮਾਈਂਡ ਮਿਲ ਰਿਹਾ ਹੈਗਾ ਸਿਰਫ ਭਗਵਾਨ ਬੁੱਧ ਦੀ ਬਾਣੀ 'ਤੇ ਅਗਰ ਅਸੀਂ ਅਮਲ ਕਰੀਏ ਪੂਰੀ ਤਰ੍ਹਾਂ ਤਾਂ ਜਿੰਨਾ ਅਸੀਂ ਅਮਲ ਕਰਾਂਗੇ ਉਹਨਾਂ ਸੁਖੀ ਹੋਵਾਂਗੇ। ਜਿੰਨਾ ਧੰਮ ਤੋਂ ਅਸੀਂ ਦੂਰ ਰਵਾਂਗੇ ਉਹਨਾਂ ਸਾਡਾ ਦੁੱਖ ਵਧੇਗਾ, ਉਨੀਆਂ ਸਾਡੀਆਂ ਪਰੇਸ਼ਾਨੀਆਂ ਵਧਣਗੀਆਂ। ਸੁਮਨ ਜੀ, ਜਿਸ ਤਰ੍ਹਾਂ ਕਿ ਆਪ ਬਹੁਤ ਬੁੱਧਿਸਟ ਕੰਟਰੀ ਦੇ ਵਿੱਚ ਜਾਂਦੇ ਹੋ, ਵਿਜ਼ਿਟ ਕਰਦੇ ਹੋ, ਐਜ਼ ਏ ਨੋਟ ਹੌਲੀਡੇ ਕਰਨ ਨਹੀਂ ਤੁਸੀਂ ਜਾਂਦੇ ਹੈਗੇ, ਮਤਲਬ ਕਿ ਧੰਮ ਉਪਾਸਕ ਦੇ ਤੌਰ 'ਤੇ ਇੱਕ ਪਿਲਗ੍ਰਿਮੇਜ ਜਿਹਨੂੰ ਕਹਿੰਦੇ ਹੈਗੇ, ਪਿਲਗ੍ਰਿਮੇਜ ਕਰਦੇ ਧੰਮ ਯਾਤਰਾ ਦੇ ਤੌਰ 'ਤੇ ਤੁਸੀਂ ਲੈਂਦੇ ਹੈਗੇ ਆ।
ਤੁਸੀਂ ਦੇਖਦੇ ਵੀ ਥਾਈਲੈਂਡ ਜਿਹੜਾ ਜੋ ਬੁੱਧਿਜ਼ਮ ਹੈਗਾ ਉਹ ਓਰੀਜਨ ਤਾਂ ਭਾਰਤ ਤੋਂ ਹੋਇਆ। ਬੁੱਧਿਜ਼ਮ ਜੋ ਹੈ ਭਗਵਾਨ ਬੁੱਧ ਤਾਂ ਆਪਣਾ ਧੰਮ ਦੇਸ਼ਨਾ ਦੇ ਕੇ ਮਹਾਪਰਿਨਿਰਵਾਣ ਹੋ ਗਿਆ ਉਹਨਾਂ ਦਾ, ਉਹ ਤਾਂ ਚਲੇ ਗਏ। ਉਹਨਾਂ ਬਾਅਦ 'ਚ ਕੀ ਰਹਿ ਗਿਆ ਉਹਨਾਂ ਦਾ ਧੰਮ, ਪਰ ਧੰਮ ਨੂੰ ਗਾਂਹ ਕਿੰਨੇ ਪਹੁੰਚਾਉਣਾ, ਅੱਜ ਤੱਕ ਕਿੰਨੇ ਪਹੁੰਚਾਇਆ, ਉਹ ਹੈਗਾ ਸੰਘ, ਉਹ ਹੈਗਾ ਸੰਘ। ਜਦੋਂ ਤੁਸੀਂ ਬੁੱਧਿਸਟ ਕੰਟਰੀਆਂ ਥਾਈਲੈਂਡ, ਬਰਮਾ, ਕੰਬੋਡੀਆ, ਤੁਸੀਂ ਦੱਸਿਆ ਸ਼੍ਰੀਲੰਕਾ ਹੁਣੇ ਰੀਸੈਂਟਲੀ ਗਏ ਆ, ਉੱਥੇ ਸੰਘ ਦੀ ਜਿਹੜੀ ਸੰਖਿਆ ਬਹੁਤ ਜ਼ਿਆਦਾ, ਭਿਕਸ਼ੂ ਲੋਕ ਬੰਤੇ ਲੋਕ ਬਹੁਤ ਜ਼ਿਆਦਾ ਆ, ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ। ਛੋਟੇ ਛੋਟੇ ਕੰਟਰੀ ਹੈਗੇ ਆ ਪਰ ਬੰਤੇ ਜੀ ਬਹੁਤ ਉੱਥੇ ਹੈਗੇ, ਬਹੁਤ। ਹਰ ਜਿੱਦਾਂ ਪੰਜਾਬ ਦੇ ਵਿੱਚ ਹਰ ਗੁਰਦੁਆਰਾ ਹੈ ਜਾਂ ਮੰਦਿਰ ਹੈਗਾ, ਹਰ ਗਲੀ ਜਿੱਦਾਂ ਹਰ ਮੁਹੱਲੇ 'ਚ, ਪਿੰਡ 'ਚ, ਸ਼ਹਿਰ, ਇੱਦਾਂ ਹੀ ਥਾਈਲੈਂਡ ਦੇ ਵਿੱਚ ਹਰ ਏਰੀਏ 'ਚ ਬੁੱਧ ਵਿਹਾਰ ਹੈਗੇ ਆ, ਇੱਦਾਂ ਹੀ ਉੱਥੇ ਬੰਤੇ ਜੀ ਬਹੁਤ ਹੈ। ਪਰ ਭਾਰਤ ਦੇ ਵਿੱਚ ਸਾਨੂੰ ਇਹ ਬੜੀ ਪ੍ਰੋਬਲਮ ਆ ਰਹੀ ਹੈਗੀ ਆ ਵੀ ਉੱਥੇ ਮੌਂਕਸ ਦੀ, ਬੰਤੇ ਲੋਕਾਂ ਦੀ, ਸੰਘ ਦੀ ਬੜੀ ਸ਼ਾਰਟੇਜ ਹੈਗੀ ਆ। ਜਿੰਨੀ ਏਰੀਆ ਪਾਪੂਲੇਸ਼ਨ ਇੰਡੀਆ ਦੀ ਹੈਗਾ, ਜਿੰਨਾ ਏਰੀਆ ਉਹਦੇ ਹਿਸਾਬ ਨਾਲ ਮੌਂਕਸ ਦੀ, ਬੰਤੇ ਜੀ ਦੀ ਪਾਪੂਲੇਸ਼ਨ ਤਾਂ ਬਹੁਤ ਘੱਟ ਆ। ਇਹਨੂੰ ਤੁਸੀਂ ਆਪਾਂ ਕਿੱਦਾਂ, ਕੋਈ ਐਸਾ ਤਰੀਕਾ ਹੈ ਤੁਹਾਡੇ ਮਨ 'ਚ, ਕੀ ਵਿਚਾਰ ਆਉਂਦੇ ਵੀ ਸੰਘ ਦੀ ਆਪਾਂ ਜੋ ਸੰਖਿਆ ਹੈਗੀ ਆ ਬੰਤੇ ਲੋਕਾਂ ਦੀ, ਇਹਨੂੰ ਕਿੱਦਾਂ ਪੰਜਾਬ ਦੇ ਵਧਾਇਆ ਜਾ ਸਕਦਾ? ਕੀ ਕਮੇਟੀ ਨੇ ਜਾਂ ਤੁਸੀਂ ਪਰਸਨਲ ਲੈਵਲ 'ਤੇ ਪਾਸਟ ਦੇ ਵਿੱਚ ਕੋਈ ਐਫਰਟਸ ਕੀਤੇ, ਜਾਂ ਫਿਊਚਰ ਦੇ ਵਿੱਚ ਕੁਛ ਆਪਣੀ ਐਸੀ ਪਲਾਨ ਹੈ ਵੀ ਭਿੱਖੂ ਸੰਘ ਨੂੰ ਸਟਰੋਂਗ ਕੀਤਾ ਜਾਵੇ ਭਾਰਤ ਦੇ ਵਿੱਚ? ਵੈਲੀ ਸਾਹਿਬ, ਬਹੁਤ ਸੋਹਣਾ ਤੁਸੀਂ ਇਹ ਸਵਾਲ ਪੁੱਛਿਆ, ਕਿਉਂਕਿ ਜੋ ਬੁੱਧਾ, ਇਹ ਮਤਲਬ ਕਿ ਬੁੱਧਾ ਨੂੰ ਅਸੀਂ ਕਹਿੰਦੇ ਹਾਂ ਕਿ ਬੁੱਧਾ ਇਜ਼ ਏ ਡਾਕਟਰ ਜੀ, ਹਿਸ ਧੰਮਾ ਇਜ਼ ਏ ਮੈਡੀਸਨ, ਤੇ ਸੰਘਾ ਇਜ਼ ਏ ਨਰਸ, ਜਿਹਨੇ ਮੈਡੀਸਨ ਦੇਣੀ ਹੈ, ਦੇਣੀ ਹੈ। ਰਾਈਟ, ਡਾਕਟਰ ਨੇ ਤਾਂ ਦਵਾਈ ਦੇ ਲਿਖ ਦਿੱਤੀ, ਧੰਮਾ ਦੇ ਦਿੱਤਾ, ਸਹੀ ਗੱਲ, ਲੇਕਿਨ ਜਿਹੜੀ ਮੈਡੀਸਨ ਹੈ ਉਹਨੂੰ ਕਿੱਦਾਂ ਲੈਣਾ ਉਹ ਸਾਡੇ ਸੰਘ ਨੇ ਦੱਸਣਾ। ਤੇ ਜੇ ਇਹਦੇ ਆਪਾਂ ਮੂੰਹ ਜੜ 'ਤੇ ਜਾਈਏ, ਕਿਉਂਕਿ ਭਾਰਤ ਦੇ ਵਿੱਚ ਜਦੋਂ ਮਤਲਬ ਬੁੱਧ ਧਰਮ ਐਨ ਆਪਣੀ ਪੂਰੀ ਜੋਬਨ 'ਤੇ ਸੀ, ਤਾਂ ਉਦੋਂ ਉਸ ਸਿਸਟਮ ਨੂੰ ਖਤਮ ਕੀਤਾ ਗਿਆ ਬੜੇ ਸਾਜ਼ਿਸ਼ ਦੇ ਨਾਲ। ਉਦੋਂ ਬਾਅਦ ਫਿਰ ਭਿਕਸ਼ੂਆਂ ਦੇ ਕਤਲੇਆਮ ਹੋਏ, ਕੁਝ ਭਿਕਸ਼ੂਆਂ ਲੱਖਾਂ ਦੀ ਤਾਦਾਦ ਦੇ ਵਿੱਚ ਕਤਲੇਆਮ ਹੋਇਆ, ਤੇ ਕੁਝ ਭਿਕਸ਼ੂ ਫਿਰ ਉੱਥੋਂ ਮਾਈਗ੍ਰੇਟ ਕਰਕੇ ਦੂਸਰੇ ਦੇਸ਼ਾਂ ਨੂੰ ਵੀ ਗਏ। ਤਾਂ ਉਦੋਂ ਤੋਂ ਲੈ ਕੇ ਮਤਲਬ ਜਿਹੜਾ ਬੁੱਧ ਧਰਮ ਸੀਗੀ ਭਾਰਤ ਦੇ ਵਿੱਚੋਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਤਾਂ ਜਿਸ ਕਰਕੇ ਫਿਰ ਤੇ ਜਿਹੜੇ ਮਤਲਬ ਭਿਕਸ਼ੂ ਸੀ ਵੀ, ਉਹ ਵੀ ਅੰਡਰ ਥ੍ਰੈਟ ਹੋ ਕੇ ਉਹ ਆਪਣਾ ਜਿਹੜਾ ਪ੍ਰਚਾਰ ਨਹੀਂ ਕਰ ਸਕੇ। ਉਦੋਂ ਬਾਅਦ ਹੁਣ ਅਗਰ ਸਾਨੂੰ ਬੁੱਧ ਧਰਮ ਹੁਣ ਮਿਲਦਾ ਆ, ਤੇ ਉਹ ਸਿਰਫ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਜਦੋਂ ਮਤਲਬ ਸਾਰੀ ਸਟੱਡੀ ਕਰਕੇ, ਤਾਂ ਉਹਨਾਂ ਨੇ ਬੁੱਧ ਧਰਮ ਨੂੰ ਆਪ ਅਪਣਾ ਕੇ ਔਰ ਲੱਖਾਂ ਲੋਕਾਂ ਨੂੰ ਉਹ ਦੀਕਸ਼ਾ ਦਿੱਤੀ। ਉਦੋਂ ਬਾਅਦ ਇਹ ਆਪਣੇ ਅਸ਼ੋਕਾ ਤੋਂ ਬਾਅਦ ਅਗਰ ਦੇਖਿਆ ਜਾਵੇ ਤਾਂ ਬੁੱਧ ਧਰਮ ਦਾ ਵੀਲ ਜਿਹੜਾ ਆ, ਧੰਮਾ ਵੀਲ, ਉਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਲਿਆਉਂਦੇ ਆ ਭਾਰਤ ਦੇ ਵਿੱਚ। ਤੇ ਇਹ ਸ਼ੁਰੂਆਤ ਸੀ ਜਿਹੜੀ ਕਿ 56 ਦੇ ਵਿੱਚ ਹੋਈ। ਤੇ ਹੁਣ ਉੱਥੇ ਹੈ ਕਿ ਲੋਕਾਂ ਦੇ ਵਿੱਚ ਸਮਝ ਆਉਣੀ, ਕਿਉਂਕਿ ਜਦੋਂ ਤੁਸੀਂ ਥਾਈਲੈਂਡ ਜਾਂਦੇ ਆ, ਸ਼੍ਰੀਲੰਕਾ ਜਾਂਦੇ ਆ, ਉਹਨਾਂ ਦੀਆਂ ਮੋਨੈਸਟਰੀਆਂ ਵੱਡੀਆਂ, ਹੁਣ ਸਾਡੇ ਕੋਲ ਭਾਰਤ ਦੇ ਵਿੱਚ ਮੋਨੈਸਟਰੀਆਂ ਨਹੀਂ ਹੈਗੀਆਂ ਇੰਨੀਆਂ। ਹਾਂਜੀ। ਤੇ ਉਹਨਾਂ ਮੋਨੈਸਟਰੀਆਂ ਦੇ ਵਿੱਚ ਉਹ ਬੱਚੇ ਜਿਹੜੇ ਆ, ਉਹਨਾਂ ਨੂੰ ਉੱਥੇ ਉਹਨਾਂ ਦੀ ਪੂਰੀ ਐਜੂਕੇਸ਼ਨ ਦਿੰਦੇ ਆ, ਉਹਨਾਂ ਦੀ ਪ੍ਰੋਪਰ ਐਕੈਡੈਮਿਕ ਕਰਾਉਂਦੇ ਆ, ਤੇ ਨਾਲ ਬੁੱਧ ਧਰਮ ਦੀ ਜਿਹੜੀ ਆ ਸਿੱਖਿਆ ਦਿੰਦੇ ਆ। ਤੇ ਉਹ ਫਿਰ ਬੱਚੇ ਨੂੰ ਸ਼ੁਰੂਆਤ ਤੋਂ ਫਿਰ ਪੂਰੀ ਯੂਨੀਵਰਸਿਟੀ ਦੇ ਕੋਰਸਿਸ ਹੈਗੇ ਆ, ਡਿਗਰੀਆਂ ਕਰਾਉਂਦੇ ਆ। ਤੇ ਥਾਈਲੈਂਡ ਦੇ ਵਿੱਚ ਬੁੱਧਿਸਟ ਯੂਨੀਵਰਸਿਟੀਆਂ ਜਿੱਥੋਂ ਕਿ ਐਕੈਡੈਮਿਕ ਡਿਗਰੀਆਂ ਲੈ ਕੇ ਬੰਤੇ ਲੋਕ ਡਿਗਰੀ ਲੈ ਕੇ ਪੜ੍ਹਦੇ ਅੱਛੇ। ਤੇ ਫਿਰ ਉਹਨਾਂ ਨੂੰ ਫਿਰ ਜਦੋਂ ਧੰਮ ਸਮਝ ਆ ਜਾਂਦਾ, ਤਾਂ ਫਿਰ ਉਹ ਭਿਕਸ਼ੂ ਦਾ ਜਿਹੜਾ ਆ, ਉਹ ਕਹਿੰਦੇ ਕਿ ਇਟਸ ਮਾਈ ਡਿਊਟੀ ਟੂ ਸਪਰੈਡ ਦਾ ਮੈਸੇਜ ਆਫ ਲੋਰਡ ਬੁੱਧਾ, ਲਵਿੰਗ ਕਾਈਂਡਨੈਸ ਐਂਡ ਕੰਪੈਸ਼ਨ। ਫਿਰ ਉਹ ਨਿਕਲਦੇ ਬਹੁਜਨ ਹਿਤਾਏ, ਬਹੁਜਨ ਹਿਤਾਏ ਤਥਾਗਤ ਬੁੱਧ ਨੇ ਕਿਹਾ ਸੀ, ਇਹ ਭਿਕਸ਼ੂ ਕਿ ਚਾਰੇ ਸਾਰੇ ਤਰਫ ਚਲੇ ਜਾਓ ਔਰ ਬਹੁਜਨ ਹਿਤਾਏ ਬਹੁਜਨ ਸੁਖਾਏ ਦਾ ਮੈਸੇਜ ਜੋ ਹੈ ਉਹ ਲੋਕਾਂ ਕੋਲ ਪਹੁੰਚਾਓ। ਤੇ ਹੁਣ ਭਾਰਤ ਦੇ ਵਿੱਚ ਕਿਉਂਕਿ ਜ਼ਿਆਦਾ ਚਿਰ ਹੋਣ ਕਰਕੇ, ਲੇਕਿਨ ਨਿਰਾਸ਼ਾ ਵਾਲੀ ਗੱਲ ਨਹੀਂ। ਇੱਕ ਟਾਈਮ ਪੰਜਾਬ ਦੇ ਵਿੱਚ ਸੀ ਕਿ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ, ਮੈਂ ਦੀਕਸ਼ਾ ਤਾਂ ਲੈ ਲਈ ਸੀ 86 ਦੇ ਵਿੱਚ ਜਦੋਂ ਮੈਂ ਭਾਰਤ ਗਿਆ, ਤੇ ਮੇਰੇ ਬੱਚੇ ਦਾ ਜਨਮ ਦਿਨ ਸੀਗਾ, ਤੇ ਬਾਕੀ ਮੈਂ ਤਾਂ ਬੁੱਧਿਸਟ ਆ ਭਾਈ, ਮੈਂ ਤਾਂ ਉਹਦੇ ਜਿਹੜੀ ਇੱਕ ਸੈਰਮਨੀ ਜੋ ਉਹ ਬੁੱਧਿਸਟ ਕਰਨੀ ਚਾਹੁੰਦਾ ਸੀ, ਮੈਨੂੰ ਭਿਕਸ਼ੂ ਨਹੀਂ ਮਿਲਦੇ ਸੀ। ਤਾਂ ਸਾਡੇ ਬੱਚੇ ਜਿਹੜੇ ਉੱਥੇ ਸੀ ਉਹਨਾਂ ਨੇ ਵੀ ਦੀਕਸ਼ਾ ਲਈ। ਉਹ ਕਹਿੰਦੇ ਵੀ ਚਾਚਾ ਜੀ ਵੀ ਸਾਨੂੰ ਇੱਥੇ ਬਹੁਤ ਪ੍ਰੋਬਲਮ ਪੈਂਦੇ ਆ, ਲੇਕਿਨ ਉਹਦੀਆਂ ਕੋਸ਼ਿਸ਼ਾਂ ਹੋਈਆਂ, ਮਹਾਰਾਸ਼ਟਰ ਦੇ ਵਿੱਚੋਂ ਭਿਕਸ਼ੂ ਆਉਣੇ ਸ਼ੁਰੂ ਹੋਏ। ਫਿਰ ਤੇ ਹੌਲੀ ਹੌਲੀ ਅੱਜ ਪੰਜਾਬ ਦੇ ਵਿੱਚ ਭਿਕਸ਼ੂ ਸਾਨੂੰ ਮਿਲ ਰਹੇ ਆ। ਤੇ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਦਾ ਵੀ ਇਹੀ ਇੱਕ ਮਕਸਦ ਸੀ ਕਿ ਅਸੀਂ ਜੋ ਧੰਮ ਅਸੀਂ ਸਿੱਖਿਆ ਆਪਣੇ ਭਰਾਵਾਂ ਨੂੰ ਪੰਜਾਬ ਦੇ ਵਿੱਚ ਦਈਏ। ਤੇ ਉੱਥੇ ਅਸੀਂ ਕੋਸ਼ਿਸ਼ਾਂ ਕੀਤੀਆਂ। ਉੱਥੇ ਇੱਕ ਆਪਾਂ ਇੱਕ 2020 ਸਕੂਲ ਵੀ ਚਲਾਇਆ ਸੀ,
ਤਾਂ ਲੇਕਿਨ ਉਹ ਨਹੀਂ ਕਾਮਯਾਬ ਹੋਇਆ, ਲੇਕਿਨ ਆਪਣੀ ਕੋਸ਼ਿਸ਼ਾਂ ਜਾਰੀ ਹੈ। ਤੇ ਇਸੇ ਤਰ੍ਹਾਂ ਜਦੋਂ ਮਤਲਬ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਲੋਕਾਂ ਦੇ ਸਮਝ ਆ ਗਈ, ਉਹਨਾਂ ਦੀ ਫਿਰ ਇੱਕ ਜ਼ਰੂਰਤ ਪੈਦਾ ਹੋਣੀ ਆ ਜੀ। ਜਦੋਂ ਉਹ ਜ਼ਰੂਰਤ ਸਮਝਣ ਲੱਗ ਪਏ ਤਾਂ ਕੀ ਕਹਿੰਦੇ ਆ ਕਿ ਜਿਹੜੀ ਲੋੜ ਆ ਉਹ ਕਾਢ ਦੀ ਮਾਂ ਆ। ਹਾਂਜੀ। ਤੇ ਜਦੋਂ ਫਿਰ ਉਹਦੀ ਜ਼ਰੂਰਤ ਨੂੰ ਸਮਝਣ ਲੱਗ ਪਏ ਤੇ ਆਟੋਮੈਟਿਕ ਫਿਰ ਹੌਲੀ ਹੌਲੀ ਇਹ ਆਪਣੇ ਜੋ ਜਿਹੜੇ ਭਿਕਸ਼ੂਆਂ ਦੀ ਜੋ ਆਪਾਂ ਨੂੰ ਕਮੀਆਂ ਆ ਰਹੀਆਂ ਉਹ ਪੂਰੀਆਂ ਹੋਣਗੀਆਂ। ਤੇ ਲੇਕਿਨ ਅੱਜ ਇੱਕ ਮੈਂ ਕਿੱਥੇ ਜ਼ਰੂਰ ਕਰ ਲੂੰਗਾ, ਪੰਜਾਬ ਦੇ ਵਿੱਚ ਸ਼ੁਰੂਆਤ ਹੋਈ ਜਿੱਦਾਂ ਪੰਤ ਚੰਦਰ ਕੀਰਤੀ ਜੀ ਪਹਿਲਾਂ ਉਪਾਸਕ ਸੀਗੇ, ਉਹਨਾਂ ਨੇ ਧੰਮ ਨੂੰ ਸਮਝਿਆ, ਉਹਨਾਂ ਨੇ ਚੀਵਰ ਪਹਿਨ ਲਿਆ, ਅੱਜ ਉਹ ਵੀ ਪ੍ਰਚਾਰ ਕਰ ਰਹੇ ਹਨ। ਫਿਰ ਪੰਤ ਜਗਤਾਨੰਦ ਸੀ, ਪਹਿਲਾਂ ਤਾਂ ਉਹ ਕਬੀਰ ਪੰਥੀ ਸੀਗੇ, ਲੇਕਿਨ ਜਦੋਂ ਉਹਨਾਂ ਨੇ ਬੁੱਧ ਨੂੰ ਸਮਝਿਆ, ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਸਮਝਿਆ, ਅੱਜ ਉਹ ਚੀਵਰ ਪਾ ਕੇ ਧੰਮ ਪ੍ਰਚਾਰ ਕਰ ਰਹੇ ਆ। ਤੇ ਅੱਜ ਸਾਡੇ ਵਿੱਚ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਦੇ ਵਿੱਚ ਸਾਡੇ ਪੰਤ ਜੀ ਅਭੀ ਪ੍ਰਸੰਨੋ ਇੱਕ ਉਪਾਸਕ ਸੀ, ਫਾਊਂਡਰ ਆਪਣੇ ਕਮੇਟੀ ਦੇ ਜਦੋਂ ਪਹਿਲੇ ਪ੍ਰਧਾਨ ਰਹਿ ਚੁੱਕੇ ਆ, ਉਹਨਾਂ ਦੇ ਸਮਝ ਆਇਆ, ਅੱਜ ਉਹ ਵੀ ਪੰਤ ਅੱਜ ਬਣ ਕੇ ਪ੍ਰਚਾਰ ਕਰ ਰਹੇ। ਇਹ ਮਤਲਬ ਹੌਲੀ ਹੌਲੀ ਜਿੱਦਾਂ ਜਿੱਦਾਂ ਬੁੱਧ ਧੰਮ ਦਾ ਪ੍ਰਚਾਰ ਹੋ ਰਿਹਾ, ਇਹ ਜਿਹੜਾ ਲੋਟਸ ਟੀਵੀ ਆ ਇਹਦਾ ਮਾਧਿਅਮ ਹੀ ਹੈ ਕਿ ਲੋਕਾਂ ਤੱਕ ਮੈਸੇਜ ਨੂੰ ਪਹੁੰਚਾਉਣਾ, ਅੰਡਰਸਟੈਂਡ ਕਰਨੀ। ਤੇ ਇੱਕ ਦਿਨ ਜ਼ਰੂਰ ਆਊਗਾ ਪੰਜਾਬ ਦੇ ਵਿੱਚ ਤੇ ਉੱਥੇ ਵੀ ਆਪਾਂ ਨੂੰ ਪੰਜਾਬੀ ਪੰਤੇ ਜਿਹੜੇ ਆ ਉਹ ਮਿਲਣਗੇ, ਲੇਕਿਨ ਸਮਾਂ ਲੱਗੇਗਾ, ਲੇਕਿਨ ਦੇਰ ਆ, ਦੇਰ ਨਹੀਂ। ਤੇ ਇੱਕ ਦਿਨ ਉਹ ਸਮਾਂ ਆਊਗਾ ਤੇ ਉੱਥੇ ਵੀ ਇੱਕ ਬਾਣੀ ਜੋ ਬੁੱਧਾ ਦੀ ਬਾਣੀ ਆ ਉਹ ਤੁਹਾਨੂੰ ਬੁੱਧਾ ਵਿਹਾਰਾਂ ਦੇ ਵਿੱਚ ਪੰਤੇ ਗਣ ਕੋਲੋਂ ਸੰਘ ਕੋਲੋਂ ਤੁਹਾਨੂੰ ਸੁਣਨ ਨੂੰ ਮਿਲੂਗੀ। ਸੋ ਬਹੁਤ ਥੈਂਕ ਯੂ ਸੁਮਨ ਜੀ, ਆਪਨੇ ਦੱਸਿਆ ਵੀ ਪ੍ਰੋਗਰੈਸ ਹੋ ਰਹੀ ਆ, ਇੰਨੀ ਸਪੀਡ ਨਾਲ ਨਹੀਂ ਪਰ ਸਲੋ ਹੋ ਰਹੀ ਹੈ, ਪਰ ਹੋ ਰਹੀ ਹੈ, ਕੰਮ ਹੋ ਰਿਹਾ ਆ। ਹੌਲੀ ਹੌਲੀ ਬੰਤੇ ਜੀ ਵੀ ਕਨਵਰਟ ਹੋ ਰਹੇ ਆ, ਸਾਡੇ ਪੰਜਾਬੀ ਬੰਤੇ ਜੀ ਵੀ ਤਿੰਨਾਂ ਦਾ ਨਾਂ ਦੱਸਿਆ ਹੈਗਾ, ਬੁੱਧ ਧਾਮ ਦੇ ਵਿੱਚ ਦੀਕਸ਼ਿਤ ਹੋ ਰਹੇ ਹੈਗੇ ਆ, ਸੰਘ ਦੇ ਵਿੱਚ ਦੀਕਸ਼ਿਤ ਹੋ ਰਹੇ ਆ, ਬਹੁਤ ਅੱਛੀ ਗੱਲ ਹੈਗੀ ਆ। ਹਾਲਾਂਕਿ ਪੰਜਾਬ ਦੇ ਵਿੱਚ ਕਿਸੇ ਟਾਈਮ 'ਚ ਕੋਈ ਬੁੱਧ ਵਿਹਾਰ ਵੀ ਨਹੀਂ ਹੁੰਦਾ ਸੀ, ਹੁਣ ਦੇਖ ਲਓ ਵੀ ਕਿੰਨੇ ਬੁੱਧ ਵਿਹਾਰ ਹੈਗੇ ਆ, ਕਿੰਨੇ ਵੱਡੇ ਸੈਂਟਰ ਵੀ ਬਣ ਚੁੱਕੇ ਆ, ਕਾਫੀ ਇਨਫਰਾਸਟਰਕਚਰ ਵੀ ਜਿਹੜਾ ਬੁੱਧਿਜ਼ਮ ਦਾ ਪੰਜਾਬ ਦੇ ਵਿੱਚ ਦੁਆਰਾ NRI ਦੀ ਹੈਲਪ ਦੇ ਨਾਲ ਔਰ ਜਿਹੜੇ ਲੋਕਲ ਪੰਜਾਬ ਦੇ ਰੈਜ਼ੀਡੈਂਟਸ ਹੈਗੇ, ਉੱਥੇ ਦੇ ਬਸ਼ਿੰਦੇ ਹੈਗੇ ਆ, ਰਲ ਕੇ ਦੋਨੇ ਹੀ ਕਮਿਊਨਿਟੀਜ਼ ਕਰ ਰਹੀਆਂ ਬੁੱਧਿਜ਼ਮ ਦਾ ਪ੍ਰਚਾਰ। ਜਿੱਥੇ ਬੁੱਧ ਵਿਹਾਰ ਦੀ ਲੋੜ ਆ ਉੱਥੇ ਬੁੱਧ ਵਿਹਾਰ ਪ੍ਰੋਵਾਈਡ ਕਰ ਰਹੇ ਆ, ਜਿੱਥੇ ਬੰਤੇ ਜੀ ਦਾ ਇਹ ਲੋੜ ਹੈਗੀ ਆ, ਚਾਹੇ ਉਹ UP ਤੋਂ ਮਹਾਰਾਸ਼ਟਰ ਤੋਂ ਮੰਗਵਾ ਕੇ ਚਲਾ ਰਹੇ ਹੈਗੇ ਆ ਬੁੱਧ ਵਿਹਾਰਾਂ ਨੂੰ। ਤਾਂ ਬਹੁਤ ਅੱਛਾ, ਬਾਬਾ ਸਾਹਿਬ ਦੇ ਮਿਸ਼ਨ ਦੇ ਪ੍ਰਤੀ ਕਾਫੀ ਕਮਿਟਡ ਹੈਗੇ ਆ ਜੋ ਬਾਬਾ ਸਾਹਿਬ ਦੇ ਉਪਾਸਕ ਹੈਗੇ ਆ, ਜੋ ਬੁੱਧਿਸਟ NRI ਸਪੈਸ਼ਲੀ ਇੰਗਲੈਂਡ ਦੇ ਵਿੱਚ, ਯੂਰਪ ਦੇ ਵਿੱਚ, ਅਮਰੀਕਾ ਕੈਨੇਡਾ 'ਚ ਬੈਠ ਕੇ ਸਾਥੀ ਕੰਮ ਕਰ ਰਹੇ ਆ। ਬਹੁਤ ਬਹੁਤ ਖੁਸ਼ੀ ਵਾਲੀ ਗੱਲ ਹੈਗੀ ਆ। ਰੇਖਾ ਜੀ, ਜਿਸ ਤਰ੍ਹਾਂ ਆਪਨੇ ਮਹਾਰਾਜਾ ਅਸ਼ੋਕ ਜੀ ਬਾਰੇ ਦੱਸਿਆ ਵੀ ਕਿੱਦਾਂ ਉਹਨਾਂ ਨੇ ਆਪਣਾ ਜੋ ਮਿਸ਼ਨ ਸੀਗਾ, ਜੋ ਆਪਣਾ ਰਾਜ ਪ੍ਰਬੰਧ ਸੀਗਾ, ਸਾਰਾ ਬੁੱਧ ਧੰਮ ਦੇ ਉਦੇਸ਼ਾਂ ਦੇ ਅਨੁਸਾਰ ਚਲਾਇਆ। ਉਸ ਦੇ ਵਿੱਚ 10 ਪੁਆਇੰਟ ਵੀ ਤੁਸੀਂ ਮੈਂਸ਼ਨ ਕੀਤੇ ਹੈਗੇ ਆ। ਕੁਝ ਹੋਰ ਆਪਣੇ ਲੋਟਸ ਟੀਵੀ ਦੇ ਦਰਸ਼ਕਾਂ ਨਾਲ ਸਾਂਝੀ ਕਰੋਗੇ ਉਹਨਾਂ ਦਾ ਰਾਜ ਪ੍ਰਬੰਧ ਦੇ ਵਿੱਚ ਕਿਸ ਤਰ੍ਹਾਂ ਦਾ ਬੁੱਧ ਧੰਮ ਨੂੰ ਲਿਆਂਦੇ ਸੀ, ਜਾਂ ਜਾਨਵਰਾਂ ਪ੍ਰਤੀ ਉਹਨਾਂ ਦਾ ਕੀ ਲੁੱਕ ਆਫਟਰ ਸੀ, ਕਿੰਨੀ ਕੇਅਰ ਕਰਦੇ ਸੀ, ਯਾਤਰੀਆਂ ਲਈ ਕੀ ਉਹਨਾਂ ਦੇ ਸਪੈਸ਼ਲ ਸਟੈਪਸ ਕੀਤੇ ਸੀਗੇ, ਜਾਂ ਮੋਟਰਵੇ 'ਤੇ ਕੀ ਉਹਨਾਂ ਨੇ ਕੋਈ ਸਪੈਸ਼ਲ ਕਿੱਦੇ ਇੱਦਾਂ ਦਾ ਕੁਝ ਆਪਣੇ ਜਾਣਕਾਰੀ ਸਾਂਝੀ ਕਰੋਗੇ ਆਪਣੇ ਦਰਸ਼ਕਾਂ ਨਾਲ? ਹਾਂਜੀ, ਉਹਨਾਂ ਨੇ ਆਪਣੇ ਜਿਸ ਤਰ੍ਹਾਂ ਰਾਜ ਪ੍ਰਬੰਧ ਜਿਹੜੇ ਉਹਨਾਂ ਦੇ ਸਟੇਟ ਦੇ ਲਈ ਉਹਨਾਂ ਨੇ ਆਪਣੇ ਸਟੇਟ ਦੇ ਵਿੱਚ ਕਰਦੇ ਸੀ, ਕਹਿੰਦੇ ਸੀ ਰਾਜ ਦਾ ਪ੍ਰਸ਼ਾਸਨ ਚਲਾਉਣ ਦਾ ਜਿਹੜਾ ਉਹਨਾਂ ਦਾ ਸਿਸਟਮ ਸੀਗਾ, ਉਹਨਾਂ ਨੇ ਕਿਹਾ ਸੀ ਕਿ ਜਿਹੜੀ ਲੋਕ ਹੈਗੇ ਆ ਪ੍ਰਜਾ ਦੇ ਨੂੰ ਜਿਹੜਾ ਉਹਨਾਂ ਨੇ ਸੁਖੀ ਵਾਤਾਵਰਨ ਦੇਣਾ, ਜਿਹੜਾ ਕਿ ਸਾਰਿਆਂ ਦੇ ਮਾਹੌਲ ਨੂੰ ਜਿਹੜਾ ਸੁੱਖ ਪ੍ਰਾਪਤ ਕਰੇ ਲੋਕਾਂ ਦੇ ਵਿੱਚ। ਉਹ ਕਹਿੰਦੇ ਸੀ ਸੁੱਖ ਉੱਥੋਂ ਆਉਣਾ ਜਦੋਂ ਉਹਨਾਂ ਦੇ ਵਿੱਚ ਧਾਰਮਿਕ ਜਿਹੜੀ ਆ ਭਾਵਨਾ, ਜਿਹੜੀ ਧਾਰਮਿਕ ਭਾਵਨਾ ਮਾਣਯੋਗ ਹੋਵੇ, ਮਾਣ ਵੀ ਉਹਨਾਂ ਨੂੰ ਪ੍ਰਾਪਤ ਹੋਵੇ ਵੀ ਅਸੀਂ ਇਸ ਧਰਮ ਦੇ। ਤੇ ਉਹਨਾਂ ਦਾ ਜਿਹੜਾ ਰਾਜ ਪ੍ਰਬੰਧ ਸੀਗਾ ਉਹ ਧਾਰਮਿਕ ਬੇਸ ਦੇ ਨਾਲ ਹੀ ਉਹਨਾਂ ਨੇ ਰਾਜ ਪ੍ਰਬੰਧ ਬਣਾਇਆ ਤੇ ਲੋਕਾਂ ਦੇ ਹਿੱਤਾਂ ਨੂੰ ਮੂਹਰੇ ਰੱਖ ਕੇ ਬਣਾਇਆ। ਤੇ ਉਹ ਕਹਿੰਦੇ ਸੀ ਜਿੱਦਾਂ ਉਹਦੇ ਵਿੱਚ ਐਗਜ਼ਾਮਪਲ ਜਿੱਦਾਂ ਮੈਂ ਦਿੰਦੀ ਕਿ ਜਦੋਂ ਉਹ ਕਿਸੇ ਗਲਤ ਵਿਅਕਤੀ ਨੂੰ ਜਦੋਂ ਸਜ਼ਾ ਸੁਣਾਉਂਦੇ ਸੀਗੇ ਤਾਂ ਉਹਨਾਂ ਨੇ ਉਹ ਆਪਣੇ ਰਾਜ ਦੇ ਵਿੱਚ ਹੀ ਦੇਖ ਲਓ ਉਸ ਟਾਈਮ ਇਹ ਸ਼ਾਮਲ ਕੀਤਾ ਸੀ ਕਿ ਜਦੋਂ ਕਿਸੇ ਨੂੰ ਕੈਦ ਦੀ ਸਜ਼ਾ ਸੁਣਾਈ ਜਾਂਦੀ ਕਿਸੇ ਜੁਰਮ ਦੇ ਲਈ ਤਾਂ ਉਹਨਾਂ ਨੂੰ 3 ਦਿਨ ਉਹ ਦਿੰਦੇ ਸੀਗੇ ਸਜ਼ਾ ਤੋਂ ਪਹਿਲਾਂ ਕਿ ਜੇ ਉਹਨਾਂ ਦਾ ਕੋਈ ਸੰਬੰਧੀ, ਉਹਨਾਂ ਦਾ ਸਕਾ ਜਾਂ ਕੋਈ ਉਹਨਾਂ ਦੇ ਲਈ ਅਪੀਲ ਕਰ ਸਕਦਾ, ਉਹਨਾਂ ਦੀ ਸੁਰੱਖਿਆ ਜਾਂ ਉਹਨਾਂ ਦੀ ਹੋਰ ਮਦਦ ਕਰਨ ਦੇ ਲਈ। ਉਹ ਦੇਖੋ ਫਿਰ ਉਹਨਾਂ ਦਾ ਉਹ ਜਿਹੜਾ ਪ੍ਰਬੰਧ ਸੀਗਾ ਉਹ ਕਿੰਨੇ ਉਹਨਾਂ ਦੇ ਵਿੱਚ ਫਿਰ ਵੀ ਦਇਆ ਸੀਗੀ, ਉਹ ਧਰਮ ਭਾਵਨਾ ਸੀਗੀ ਕਿ ਇਹਨਾਂ ਨੂੰ ਟਾਈਮ ਦਿੱਤਾ ਜਾਵੇ।
ਉਹ ਟਾਈਮ ਦਿੰਦੇ ਸੀ ਕਿ ਉਹਨਾਂ ਦੇ ਲਈ ਜੇ ਕੋਈ ਚਾਹੁੰਦਾ ਆ ਅਪੀਲ ਕਰਨੀ ਜਾਂ ਉਹਨਾਂ ਦੇ ਪੱਖ ਦੇ ਵਿੱਚ ਕੋਈ ਉਹਨਾਂ ਨੂੰ ਸੁਭਾ ਦਿੰਦਾ ਤਾਂ ਉਹਦੀ ਸਜ਼ਾ ਘਟਾ ਸਕਦੇ ਆ ਜਾਂ ਉਸ ਨੂੰ ਸਜ਼ਾ ਰਹਿਤ ਕਰ ਸਕਦੇ। ਇਹ ਤਾਂ ਉਹਨਾਂ ਦਾ ਸੀਗਾ ਆਪਣੇ ਰਿਵਾਜ਼ ਪ੍ਰਬੰਧ ਦੇ ਵਿੱਚ ਸਜ਼ਾ ਨੂੰ ਘਟਾਉਣਾ, ਇਹ ਉਹਨਾਂ ਨੇ ਸ਼ਾਮਲ ਕੀਤਾ ਸੀਗਾ। ਤੇ ਉਹਨਾਂ ਨੇ ਹਰ ਵਿਅਕਤੀ ਨੂੰ ਇੱਕ ਆਮ ਵਿਅਕਤੀ ਦੀ ਤਰ੍ਹਾਂ ਹੀ ਆਪਣੇ ਸ਼ਾਸਨ ਦੇ ਵਿੱਚ ਸਮਝਿਆ। ਕਿਸੇ ਵੀ ਤਰ੍ਹਾਂ ਦਾ ਜਿਹੜਾ ਵਿਅਕਤੀ ਸੀਗਾ ਸਾਰੇ ਵਿਅਕਤੀਆਂ ਨੂੰ ਇੱਕੋ ਜਿਹੇ ਨਜ਼ਰੀਏ ਦੇ ਨਾਲ ਉਹ ਟਰੀਟ ਕਰਦੇ ਸੀਗੇ। ਤੇ ਉਸ ਤੋਂ ਬਾਅਦ ਜੋ ਲੋਕਤੰਤਰ ਲੋਕ ਹਿੱਤ ਜਿਹੜੇ ਲੋਕਾਂ ਦੇ ਲਈ ਸੀਗੇ ਉਹਦੇ ਵਿੱਚ ਉਹਨਾਂ ਨੇ ਜਿਸ ਤਰ੍ਹਾਂ ਕਹਿੰਦੇ ਇਸ ਤਰ੍ਹਾਂ ਦਾ ਲੋਕ ਹਿੱਤ ਬਣਾਇਆ ਸੀ। ਲੋਕਾਂ ਦੀ ਜਿਹੜੀ ਭਲਾਈ ਸੀਗੀ, ਲਾਈਕ ਲੋਕਾਂ ਦਾ ਜਿਹੜਾ ਭਲੇ ਦਾ ਮਨ ਸੀ, ਉਹਦੇ ਵਿੱਚ ਇਸ ਤਰ੍ਹਾਂ ਦੀ ਉਹਨਾਂ ਨੇ ਇੱਕ ਐਗਜ਼ਾਮਪਲ ਦਿੱਤੀ ਸੀ। ਕਹਿੰਦੇ ਜਿਸ ਤਰ੍ਹਾਂ ਇੱਕ ਔਰਤ ਬੱਚੇ ਨੂੰ ਜਨਮ ਦੇ ਕੇ ਇੱਕ ਦਾਈ ਦੇ ਸਿਰ ਤੇ ਛੱਡ ਦਿੰਦੀ ਆ, ਮਦਰ ਬੱਚੇ ਨੂੰ ਬਰਥ ਦਿੰਦੀ, ਉਹ ਕਹਿੰਦੀ ਇਹਦਾ ਦਾਈ ਲੁੱਕ ਆਫਟਰ ਕਰੂੰਗੀ, ਉਹ ਇੰਨਾ ਬੇਫਿਕਰੀ ਹੁੰਦੀ, ਉਹਨੂੰ ਪਤਾ ਕਿ ਇਹ ਮੇਰੀ ਮਦਦ ਕਰੂੰਗੀ, ਇਹ ਮੇਕ ਸ਼ੋਰ ਕਰੂੰਗੀ ਮੇਰਾ ਬੱਚਾ ਠੀਕ ਹੈ, ਤੰਦਰੁਸਤ ਹੈ, ਇਹਨੂੰ ਕੋਈ ਪ੍ਰੋਬਲਮ ਨਹੀਂ ਬਰਥ ਦੇ ਟਾਈਮ। ਤੇ ਜਿਹੜੇ ਅਸ਼ੋਕਾ ਸੀਗੇ ਉਹਨਾਂ ਦਾ ਲੋਕਤੰਤਰ ਵੀ ਇਸ ਤਰ੍ਹਾਂ ਦਾ ਸੀ। ਉਹ ਆਪਣੇ ਸ਼ਾਸਨ ਦੇ ਵਿੱਚ ਇੱਦਾਂ ਦੇ ਉਹਨਾਂ ਨੇ ਚੀਜ਼ਾਂ ਕੀਤੀਆਂ ਕਿ ਲੋਕਾਂ ਨੂੰ ਇਹ ਮਹਿਸੂਸ ਹੋਵੇ ਵੀ ਅਸੀਂ ਜਿਹੜੇ ਸਿਕਿਉਰ ਆ, ਸੇਫ ਹੈ। ਇਸ ਤੋਂ ਵੱਡੀ ਉਹਨਾਂ ਦੀ ਦੇਣ ਕੋਈ ਨਹੀਂ ਕਹਿ ਸਕਦੇ। ਇਸੇ ਕਰਕੇ ਉਹਨਾਂ ਦੀਆਂ ਉਹ ਪ੍ਰਬੰਧ ਜਿਹੜੇ ਸੀਗੇ ਉਹਨਾਂ ਨੂੰ ਆਪਾਂ ਗੋਲਡਨ ਟਾਈਮ ਆਫ ਅਸ਼ੋਕਾ ਕਹਿੰਦੇ ਆ ਕਿ ਇਸ ਤਰ੍ਹਾਂ। ਫਿਰ ਜਦੋਂ ਯਾਤਰੀ ਜਾਂਦੇ ਸੀ, ਦੂਰ ਯਾਤਰਾਵਾਂ ਤੇ ਵੀ ਜਾਂਦੇ ਸੀ, ਬਹੁਤ ਤਰ੍ਹਾਂ ਦੇ ਪ੍ਰਬੰਧ ਕਰਦੇ ਸੀ ਉਹਨਾਂ ਦੇ ਲਈ। ਜਿੱਦਾਂ ਅੱਜ ਹੁਣ ਸ਼ਰਾਵਾਂ ਬਣਾਈਆਂ, ਉਹਨਾਂ ਦਾ ਫੂਡ ਦਾ ਪ੍ਰਬੰਧ ਕਰਨਾ ਉਹਨਾਂ ਦੇ ਲਈ। ਫਿਰ ਉਹਨਾਂ ਨੇ ਭਿੱਖੂ ਸੰਘ ਬਣਾਏ, ਉਹਨਾਂ ਦੇ ਪ੍ਰਵਚਨ ਉਹ ਸੁਣਨ, ਭਿੱਖੂ ਸੰਘ ਦੀ ਬਾਣੀ ਸੁਣਨ ਉਹਨਾਂ ਨੇ। ਫਿਰ ਉਸ ਤਰ੍ਹਾਂ ਦੀਆਂ ਜਿਸ ਤਰ੍ਹਾਂ ਸ਼ਰਾਵਾਂ ਦੇ ਵਿੱਚ ਬੁੱਧ ਬਾਣੀ ਦਾ ਜਿਹੜਾ ਸੀ ਪ੍ਰਚਾਰ ਕੀਤਾ ਜਾਂਦਾ ਸੀ, ਲੋਕਾਂ ਨੂੰ ਸਾਰਿਆਂ ਨੂੰ ਉਸ ਸੁਣਨ ਦਾ ਜਦੋਂ ਮੌਕਾ ਮਿਲਦਾ ਸੀ ਤੇ ਉਹ ਉਸ ਸਾਰੇ ਮਾਹੌਲ ਤੋਂ ਪ੍ਰਭਾਵਿਤ ਹੁੰਦੇ ਸਨ। ਉਹਨਾਂ ਦੀ ਬਹੁਤ ਵੱਡੀ ਦੇਣ ਹੈ ਉਸ ਸਮੇਂ ਦੀ। ਇਹਦੇ ਚ ਮੈਂ ਇੱਕ ਕਰੂੰਗਾ ਕਿ ਜਾਨਵਰਾਂ ਵਾਸਤੇ ਹਸਪੀਟਲ ਖੋਲੇ ਅੱਜ ਵੈਟਰਨਰੀ ਜਿਹੜੇ ਹਸਪੀਟਲ ਆ ਐਕਚੁਅਲੀ ਉਹ ਅਸ਼ੋਕਾ ਦੀ ਦੇਣ ਹੈ। ਅਸ਼ੋਕਾ ਦੀ ਦੇਣ ਹੈ। ਉਹ ਤਾਂ ਫਿਰ ਦੇਖੋ ਉਹਨਾਂ ਨੇ 84,000 ਸਤੂਪ ਬਣਾਏ ਕਿ ਇਹ 84,000 ਸ਼ਲੋਕ ਜਿਹੜੇ ਆ ਉਹ ਤ੍ਰਿਪਿਟਕਾ ਦੇ, ਉਹਨਾਂ 84 ਦੇ 84,000 ਜਿਹੜੇ ਆ ਉਹਨਾਂ ਦੇ ਸਤੂਪ ਬਣਾ ਕੇ ਅੱਜ ਅਗਰ ਸਾਨੂੰ ਭਾਰਤ ਦੇ ਵਿੱਚ ਬੁੱਧ ਧਰਮ ਮਿਲ ਰਿਹਾ, ਉਹ 84,000 ਸਤੂਪ ਅਗਰ ਨਾ ਬਣਦੇ ਤੇ ਸ਼ਾਇਦ ਹੀ ਆਪਾਂ ਨੂੰ ਬੁੱਧ ਧਰਮ ਜਿਹੜੇ ਜਿਸ ਤਰ੍ਹਾਂ ਉਹਨਾਂ ਨੇ ਅਸ਼ੋਕਾ ਪਿਲਰ ਬਣਾਏ ਤੇ ਉਹਨਾਂ ਦੇ ਉੱਪਰ ਮੈਸੇਜ ਲਿਖਾਏ ਕਿ ਲੋਕ ਦੇ ਹਿੱਤ ਵਾਸਤੇ। ਤੇ ਨਾਲ ਇੱਕ ਮੈਂ ਜ਼ਰੂਰ ਇੱਥੇ ਆਪਣੇ ਬੇਦੀ ਸਾਹਿਬ ਦਾ ਮੈਂਸ਼ਨ ਕਰੂੰਗਾ ਕਿ ਉਹਨਾਂ ਨੇ ਦੇਖੋ ਇਹ ਤਾਂ ਕੀਤਾ ਹੀ ਕੀਤਾ। ਮੈਂ ਜਾਗਦਾ ਹੋਵਾਂ, ਮੈਂ ਸੌਂਦਾ ਹੋਵਾਂ, ਮੈਂ ਖਾਂਦਾ ਹੋਵਾਂ, ਕਿਤੇ ਗਿਆ ਹੋਵਾਂ, ਲੇਕਿਨ ਜਦੋਂ ਵੀ ਕਿਸੇ ਨੂੰ ਪ੍ਰੋਬਲਮ ਮੈਨੂੰ ਐਨੀ ਟਾਈਮ ਆ ਕੇ ਮਿਲ ਸਕਦਾ। ਇਦਾਂ ਦਾ ਕੋਈ ਰਾਜਾ ਮਿਲੂਗਾ ਤੁਹਾਨੂੰ, ਮਹਾਰਾਜਾ ਮਿਲੂਗਾ। ਤਾਂ ਹੀ ਤਾਂ ਸਮਰਾਟ 24 ਘੰਟੇ ਜਿਹੜੇ ਉਹਨਾਂ ਨੇ ਲੋਕ ਹਿੱਤ ਦੇ ਲਈ ਰੱਖੇ ਹੋਏ ਸੀ, ਲੋਕ ਹਿੱਤ ਵਾਸਤੇ। ਤੇ ਉਹਨਾਂ ਦਾ ਕੋਈ ਟਾਈਮ ਨਹੀਂ ਸੀਗਾ ਕਿ ਤੁਸੀਂ ਮੈਨੂੰ ਇਸ ਟਾਈਮ ਤੇ ਹੀ ਮਿਲ ਸਕਦੇ ਹੋ। ਕੌਂਸਲੇਟ ਆਫ ਇੰਡੀਆ ਬਰਮਿੰਘਮ ਜੋ ਪ੍ਰੋਗਰਾਮ ਹੈ ਸੈਂਡਵਿਲ ਕਾਉਂਸਲ ਹਾਊਸ ਦੇ ਵਿੱਚ 3 ਤੋਂ 5 ਤੱਕ ਹੈ। 3 ਤੋਂ 5 ਸੋ ਜਿਹੜਾ ਪ੍ਰੋਗਰਾਮ ਸੈਂਡਵਿਲ ਕਾਉਂਸਲ 14 ਅਪ੍ਰੈਲ ਨੂੰ ਹੋ ਰਿਹਾ, 3 ਤੋਂ 5 ਉਹਦਾ ਟਾਈਮ ਹੈਗਾ ਆ। ਥੈਂਕ ਯੂ ਫॉर ਕਰੈਕਸ਼ਨ ਸੁਮਨ ਜੀ। ਸੋ ਸਾਥੀਓ ਬਹੁਤ ਜਲਦੀ ਅੱਜ ਟਾਈਮ, ਜਲਦੀ ਤਾਂ ਨਹੀਂ, ਟਾਈਮ ਤਾਂ ਆਪਣੀ ਸਪੀਡ ਨਾਲ ਹੀ ਜਾਂਦਾ ਹੈ, ਸਾਨੂੰ ਲੱਗਦਾ ਜਲਦੀ ਚਲੇ ਜਾਂਦਾ ਕਿਉਂਕਿ ਲਿਮਟਿਡ ਟਾਈਮ ਹੁੰਦਾ ਸਾਡੇ ਕੋਲ, 1 ਘੰਟਾ ਟਾਈਮ ਹੁੰਦਾ ਹੈਗਾ। ਤਾਂ ਅੱਜ ਦੇ ਇਸ ਐਪੀਸੋਡ ਦੇ ਵਿੱਚ ਸੁਮਨ ਜੀ ਦਾ ਬਹੁਤ ਬਹੁਤ ਆਪ ਦਾ ਸਵਾਗਤ ਹੈ, ਧੰਨਵਾਦ ਹੈਗਾ। ਤੁਸੀਂ ਪਿਛਲੇ ਵੀਕ ਇੰਡੀਆ ਤੋਂ ਆਇਆ ਗਿਆ, ਸਾਰੀ ਜਾਣਕਾਰੀ ਲੋਟਸ ਟੀਵੀ ਦੇ ਉਪਾਸਕਾਂ ਨਾਲ, ਵਿਊਅਰਸ ਨਾਲ ਸ਼ੇਅਰ ਕੀਤੀ ਹੈਗੀ ਆ। ਬੜਾ ਸਾਡੀ ਨੌਲੇਜ ਦੇ ਵਿੱਚ ਇਜ਼ਾਫਾ ਹੋਇਆ। ਜੋ ਗਤੀਵਿਧੀਆਂ ਉੱਥੇ ਹੋ ਰਹੀਆਂ ਉਹਦੇ ਬਾਰੇ ਅਵੇਅਰ ਕੀਤਾ, ਜਾਣਕਾਰੀ ਕਰਾਈ ਹੈ। ਸੋ ਬਹੁਤ ਬਹੁਤ ਸੁਮਨ ਜੀ ਆਪ ਦਾ, ਆਪ ਦੇ ਪਰਿਵਾਰ ਦਾ, ਮਿਸਿਸ ਬਖਸ਼ੋ ਸੁਮਨ ਜੀ ਦਾ ਔਰ ਰੇਖਾਪਾਲ ਜੀ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਹੈਗਾ। ਤੁਸੀਂ ਦੁਬਾਰਾ ਫਿਰ ਲੋਟਸ ਚੈਨਲ 'ਤੇ ਆਏ ਹੋਗੇ ਆ। ਤੇ ਇਸ ਦੇ ਨਾਲ ਹੀ ਮੈਂ ਧੰਨਵਾਦ ਕਰੂੰਗਾ ਸਾਡੇ ਜੋ ਕੰਟਰੋਲਰ ਹੈਗੇ ਆ ਜੀਓਲ ਹਕ ਸਾਹਿਬ, ਉਹ ਸਪੈਸ਼ਲੀ ਹਾਲਾਂਕਿ ਨਾਈਟ ਡਿਊਟੀ ਤੋਂ ਰਾਤ ਦੇ ਇੱਥੇ ਹੈਗੇ, ਸਾਡੇ ਪ੍ਰੋਗਰਾਮ ਕਰਕੇ ਠਹਿਰੇ ਹੋਏ ਆ। ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹੈਗੇ। ਆਰਿਫ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇਹਨਾਂ ਨੂੰ ਸਾਡੇ ਪ੍ਰੋਗਰਾਮ ਡਾਇਰੈਕਟ ਕੀਤਾ, ਕੰਟਰੋਲ ਕੀਤਾ, ਦੋਨਾਂ ਸਾਡੇ ਸਾਥੀਆਂ ਦਾ। ਸੋ ਸਾਰੀ ਮੈਨੇਜਮੈਂਟ ਟੀਮ ਦਾ ਤੇ ਮਜ਼ਾਰ ਕਾਜ਼ਮੀ ਜੀ ਦਾ ਧੰਨਵਾਦ ਕਰੋ। ਮਜ਼ਰ ਕਾਜ਼ਮੀ ਸਾਹਿਬ ਦਾ ਸਪੈਸ਼ਲ ਅਸੀਂ ਧੰਨਵਾਦ ਕਰਦੇ ਹੈਗੇ ਆ। ਮਲਿਕ ਸਾਹਿਬ ਦਾ, ਸਾਰੇ ਇੱਕ ਵਾਰੀ ਫੇਰ ਜੋ ਲੋਟਸ ਟੀਵੀ ਦਾ ਵਿਊਅਰਸ ਹੈਗੇ ਆ ਜਿਨ੍ਹਾਂ ਨੇ ਟਾਈਮ ਕੱਢ ਕੇ ਸੰਡੇ ਦਾ ਵੀ ਸਾਡਾ ਪ੍ਰੋਗਰਾਮ ਦੇਖਿਆ, ਅੱਜ ਵੈਂਸਡੇ ਦਾ ਵੀ ਦੇਖਿਆ, ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫੇਰ ਸਾਰਿਆਂ ਨੂੰ। ਇਸ ਦੇ ਨਾਲ ਹੀ ਅਸੀਂ ਅਲਵਿਦਾ ਕਹਾਂਗੇ। ਨੈਕਸਟ ਵੀਕ ਫਿਰ ਮਿਲਦੇ ਹਾਂ। ਟਾਈਮ ਭੁੱਲਣਾ ਨਹੀਂ, ਸੰਡੇ 11 ਤੋਂ 12 ਸਵੇਰ ਨੂੰ ਔਰ ਵੈਂਸਡੇ 5 ਤੋਂ 6 ਵਜੇ ਤੱਕ। ਐਵਰੀ ਵੀਕ ਆਇਆ 2 ਦਿਨ ਟਾਈਮ ਯਾਦ ਰੱਖਣਾ। ਸਾਰਿਆਂ ਨੂੰ ਨਮੋ ਬੁੱਧਾ,
जय भीम। जय भारत।